ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਹਰ ਵੀਰਵਾਰ ਅਸੀਂ ਇਤਿਹਾਸ ਦਾ ਵਿਸ਼ਾ ਲੈਂਦੇ ਹਾਂ। ਵੱਖਰੇ ਵੱਖਰੇ ਟੌਪਿਕ ਦੇ ਉੱਤੇ ਅਸੀਂ ਆਪ ਜੀ ਨਾਲ ਵਿਚਾਰ ਸਾਂਝੀਆਂ ਕਰਦੇ ਹਾਂ। ਉਹ ਸ਼ਖਸੀਅਤਾਂ ਜਿਨ੍ਹਾਂ ਨੇ ਇਤਿਹਾਸ ਵਿੱਚ ਕੁਝ ਖੱਟਿਆ ਹੈ, ਜਿਨ੍ਹਾਂ ਨੇ ਕੁਝ ਨਾਮਣਾ ਬਣਾਇਆ ਹੈ, ਉਹਨਾਂ ਦੀਆਂ ਜੀਵਨੀਆਂ ਨੂੰ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਆਪ ਦੇ ਨਾਲ ਕੋਸ਼ਿਸ਼ ਕਰੀ ਹੈ ਸਾਂਝਾ ਕਰਨ ਦੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਸੰਬੰਧ ਵਿੱਚ ਅਸੀਂ ਕੁਝ ਵਿਚਾਰਾਂ ਪਿੱਛੇ ਕੀਤੀਆਂ ਹਨ। ਅੱਜ ਵੀ ਸਤਿਗੁਰੂ ਜੀ ਨੇ ਜੋ ਧਰਮ ਸਿਧਾਂਤ ਬਖਸ਼ਿਸ਼ ਕੀਤੇ ਹਨ, ਉਹਨਾਂ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਵੀਰ ਤੇਜਿੰਦਰ ਸਿੰਘ ਜੀ ਅੱਜ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨਗੇ। ਬੇਨਤੀ ਕਰਦਾ ਹਾਂ, ਕਿਰਪਾ ਕਰੋ ਜੀ, ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤਿ ਕਲਾਸ ਯੂਐਸਏ ਦੇ ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਦੋ ਹੱਥ ਜੋੜ ਕੇ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਅਸੀਸ ਮੰਗਦਾ ਹਾਂ। ਅੱਜ ਦਾ ਜੋ ਵਿਸ਼ਾ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਉਹ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਧਰਮ ਸਿਧਾਂਤ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਔਰ ਦੁਨੀਆ ਨੂੰ ਬਖਸ਼ਿਸ਼ ਕੀਤਾ ਹੈ। ਔਰ ਉਹਨਾਂ ਦੇ ਸਿਧਾਂਤ ਜਿਹੜੇ ਹਨ ਉਹ ਕਿਸੇ ਵਿਸ਼ੇਸ਼ ਜਾਤ ਵਾਸਤੇ, ਕਿਸੇ ਵਿਸ਼ੇਸ਼ ਪ੍ਰਾਂਤ ਵਾਸਤੇ, ਕਿਸੇ ਵਿਸ਼ੇਸ਼ ਅਖੌਤੀ ਧਰਮਾਂ ਦੇ ਬਾਰੇ ਜਾਂ ਅਖੌਤੀ ਕਿਸੇ ਦੇਸ਼ ਬਾਰੇ ਉਹ ਨਹੀਂ ਹਨ। ਇਹ ਯੂਨੀਵਰਸਲ ਮੈਸੇਜ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਆਪਣੀ ਬਾਣੀ ਦੇ ਵਿੱਚ ਆਪਣੇ ਜੀਵਨ ਪਰਯੰਤ ਬਖਸ਼ਿਸ਼ ਕੀਤਾ ਹੈ। ਔਰ ਉਹ ਇੰਨੇ ਮਹਾਨ ਸਿਧਾਂਤ ਜਿਨ੍ਹਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਕੀ 6 ਗੁਰੂਆਂ ਨੇ ਉਸ ਨੂੰ ਜਿਹੜਾ ਹੈ ਸਾਡੇ ਨਾਲ ਸਾਂਝਾ ਕੀਤਾ ਹੈ। ਉਹਨਾਂ ਹੀ ਸਿਧਾਂਤਾਂ ਦਾ ਹੋਰ ਵਿਸਤਾਰ ਕੀਤਾ ਹੈ। ਤੋ ਇਹ ਮੇਰੇ ਜਿਹੇ ਨਚੀਜ਼ ਬੁਲਾਰੇ ਵਾਸਤੇ ਬੜਾ ਹੀ ਮੁਸ਼ਕਲ ਹੈ ਕਿ ਮੈਂ ਉਹਨਾਂ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਕੰਪਰੇਹੈਂਡ ਕਰ ਸਕਾਂ ਜਾਂ ਆਪ ਜੀ ਦੇ ਨਾਲ ਉਹ ਸਾਂਝਾ ਕਰ ਸਕਾਂ। ਲੇਕਿਨ ਗੁਰੂ ਸਾਹਿਬ ਦਾ ਸੇਵਕ ਹੋਣ ਦੇ ਨਾਤੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਉਹਨਾਂ ਦੇ ਸਿਧਾਂਤਾਂ ਨੂੰ ਆਪ ਤੱਕ ਮੈਂ ਪਹੁੰਚਾਵਾਂ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜੋ ਪ੍ਰਕਾਸ਼ ਪੁਰਬ ਹੈ ਉਸ ਦੇ ਬਾਰੇ ਵੀ ਇਸੇ ਕਲਾਸ ਦੇ ਅੰਦਰ ਅਸੀਂ ਵਿਚਾਰਾਂ ਕਰ ਚੁੱਕੇ ਹਾਂ ਕਿ ਸਿੱਖ ਧਰਮ ਦੇ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਬਾਰੇ ਵੀ ਬੜੇ ਭੁਲੇਖੇ ਜਿਹੜੇ ਹਨ ਉਹ ਪੰਥ ਵਿੱਚ ਪਾਏ ਗਏ ਹਨ। ਔਰ ਕਿਹਨਾਂ ਨੇ ਪਾਏ ਹਨ ਉਸ ਬਾਰੇ ਵਿਸ਼ੇਸ਼ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ। ਲੇਕਿਨ ਇਟ ਇਜ਼ ਅਨਫੋਰਚੂਨੇਟ ਕਿ ਅਸੀਂ ਹੁਣ ਤੱਕ ਵੀ ਇਹ ਤੈਅ ਨਹੀਂ ਕਰ ਪਾ ਰਹੇ। ਹਾਲਾਂਕਿ ਇਤਿਹਾਸ ਸਾਨੂੰ ਦੱਸਦਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪੁਰਬ ਜਿਹੜਾ ਹੈ ਉਹ 15 ਅਪ੍ਰੈਲ ਔਰ 1469 ਦਾ ਹੈ। ਲੇਕਿਨ ਫਿਰ ਵੀ ਅਸੀਂ ਕੁਝ ਮਜਬੂਰੀਆਂ ਕਰਕੇ, ਕੁਝ ਕਾਰਨਾਂ ਕਰਕੇ ਅਸੀਂ ਉਸ ਨੂੰ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ। ਔਰ ਇਸ ਵਾਰੀ ਤੇ ਹੱਦ ਹੀ ਹੋ ਗਈ ਕਿ ਉਹ ਕੱਤੇ ਦੀ ਪੂਰਨਮਾਸ਼ੀ ਵੀ ਅੱਗੇ ਲੰਘ ਗਈ ਤੇ ਉਹ ਮੱਘਰ ਦੇ ਵਿੱਚ ਆ ਗਈ। ਖੈਰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪੁਰਬ ਕੋਈ ਜਿਹੜੇ ਉਹਨਾਂ ਦੇ ਵਿੱਚ ਸਿਧਾਂਤ ਹਨ ਉਹ ਸਿਰਫ ਅਵਤਾਰ ਪੁਰਬ ਦੇ ਉੱਪਰ ਹੀ ਸਾਂਝੇ ਕਰਨ ਦੀ ਜਿਹੜੀ ਹੈ ਉਹ ਕੋਈ ਲਿਮਿਟ ਨਹੀਂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਹਮੇਸ਼ਾ ਹੀ ਹਰ ਗੁਰਸਿੱਖ
ਨਿਤਾ ਪ੍ਰਤੀ ਆਪਣੇ ਨਿਤਨੇਮ ਵਿੱਚ ਪੜ੍ਹਦਾ ਹੈ, ਬਾਣੀ 'ਚ ਪੜ੍ਹਦਾ ਹੈ, ਔਰ ਸਹਿਜ ਪਾਠ ਕਈ ਸੰਗਤਾਂ ਕਰਦੀਆਂ ਆ ਰਹੀਆਂ ਹਨ। ਤੋ ਗੁਰੂ ਨਾਨਕ ਪਾਤਸ਼ਾਹ ਦੇ ਜੋ ਸਿਧਾਂਤ ਹਨ, ਅੱਜ ਉਹਨਾਂ ਦੇ ਉੱਪਰ ਇੱਕ ਝਾਤ ਮਾਰੀਏ। ਤੋ ਆਓ ਅਸੀਂ ਦੇਖਦੇ ਹਾਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਧਰਮ ਸਿਧਾਂਤਾਂ ਨੂੰ ਸਪਸ਼ਟ ਕਰਨ ਤੋਂ ਪਹਿਲਾਂ ਔਰ ਉਹਨਾਂ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਧਰਮ ਦੀ ਵਿਆਖਿਆ ਕਿੰਝ ਕੀਤੀ ਗਈ, ਕਿਉਂਕਿ ਅਲੱਗ-ਅਲੱਗ ਧਰਮਾਂ ਦੇ ਵਿੱਚ ਧਰਮ ਦੀ ਵਿਆਖਿਆ ਅਲੱਗ ਹੈ, ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਹਟ ਕੇ ਧਰਮ ਦੀ ਵਿਆਖਿਆ ਕੀਤੀ ਹੈ। ਉਹ ਸਾਡੇ ਵਾਸਤੇ ਜਾਣਨਾ ਬੜੇ ਜ਼ਰੂਰੀ ਹੈ। ਗੁਰਬਾਣੀ ਦੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ ਕਿ ਸਿੱਖ ਗੁਰੂਆਂ ਨੇ ਧਰਮ ਨੂੰ ਨਿਰਾ ਪ੍ਰਭੂ ਦੀ ਜਾਣਕਾਰੀ, ਉਸ ਨਾਲ ਮੇਲ ਦੇ ਸਾਧਨਾਂ ਜਾਂ ਪੂਜਾ ਵਿਧੀਆਂ ਤੱਕ ਸੀਮਤ ਨਹੀਂ ਕੀਤਾ ਜਿਵੇਂ ਕਿ ਬਾਕੀ ਧਰਮਾਂ ਵਿੱਚ ਹੈ, ਸਗੋਂ ਇਸ ਨੂੰ ਇੱਕ ਸੰਪੂਰਨ ਅਤੇ ਆਦਰਸ਼ਕ ਜੀਵਨ ਜਾਚ ਦੇ ਅਰਥਾਂ ਵਿੱਚ ਲਿਆ ਹੈ। ਧਰਮ ਦਾ ਸੰਬੰਧ ਮਨੁੱਖੀ ਜੀਵਨ ਦੇ ਸਭ ਪੱਖਾਂ ਨਾਲ ਹੁੰਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਪ੍ਰਭੂ ਦੇ ਸਰੂਪ ਦੀ ਵਿਆਖਿਆ ਕੀਤੀ ਹੈ, ਮੂਲ ਮੰਤਰ ਦੇ ਅੰਦਰ ਪ੍ਰਭੂ ਪ੍ਰਾਪਤੀ ਦਾ ਮਾਰਗ ਦੱਸਿਆ ਹੈ, ਔਰ ਬੜੇ ਹੀ ਆਨੰਦ ਵਿੱਚ ਆ ਕਰਕੇ, ਵਜਦ ਵਿੱਚ ਆ ਕੇ ਪ੍ਰਭੂ ਭਗਤੀ ਦੇ ਜੋ ਗੀਤ ਗਾਏ ਹਨ, ਉੱਥੇ ਸਮਾਜ ਵਿੱਚ ਆਈਆਂ ਬੁਰਾਈਆਂ ਦਾ ਜ਼ਿਕਰ ਕਰਕੇ ਉਹਨਾਂ ਦੇ ਹੱਲ ਵੀ ਸੁਝਾਏ ਹਨ। ਸਮਾਜ ਦੇ ਆਰਥਿਕ ਢਾਂਚੇ ਅਤੇ ਰਾਜ ਪ੍ਰਬੰਧ ਬਾਰੇ ਵੀ ਵਿਚਾਰ ਦਿੱਤੇ ਹਨ। ਸਮਾਜ ਦੇ ਆਪਣੇ ਜੀਵਨ ਕਾਲ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਅਧਰਮੀ, ਪਾਪੀ, ਜ਼ਬਰ ਜ਼ੁਲਮ ਕਰਨ ਵਾਲੇ ਰਾਜਿਆਂ ਦੀ ਬੜੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਉਹ ਅਤੇ ਉਹਨਾਂ ਦੇ ਬਾਕੀ ਜਿਹੜੇ ਗੁਰੂ ਸਾਹਿਬਾਨ ਹੋਏ ਹਨ ਬਾਅਦ ਵਿੱਚ, ਆਪਣੇ ਆਪਣੇ ਸਮੇਂ ਸਮਾਜ ਸੁਧਾਰ ਵਿੱਚ ਜੁਟੇ ਰਹੇ ਅਤੇ ਸੱਚ ਦੀ ਆਵਾਜ਼ ਨੂੰ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਆਵਾਜ਼ ਨੂੰ ਬੁਲੰਦ ਕਰਕੇ ਰਾਜਿਆਂ ਦੀ ਕਰੋਪੀ ਦਾ ਸ਼ਿਕਾਰ ਵੀ ਹੁੰਦੇ ਰਹੇ ਸਮੇਂ-ਸਮੇਂ ਸਿਰ, ਔਰ ਸ਼ਹਾਦਤਾਂ ਵੀ ਦਿੱਤੀਆਂ, ਔਰ ਸਿੰਘਾਂ ਨੇ ਵੀ ਉਸੇ ਸਿਧਾਂਤ ਦੇ ਉੱਪਰ ਪਹਿਰਾ ਦਿੰਦੇ ਹੋਏ ਵੀ ਅਨੇਕਾਂ ਔਰ ਅਣਗਿਣਤ ਤਸੀਹੇ ਝੱਲੇ ਔਰ ਸ਼ਹਾਦਤਾਂ ਦਿੱਤੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧਰਮ ਦੀ ਵਿਆਖਿਆ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੌੜੀ ਸੁਖਮਨੀ ਪੰਨਾ 266। ਇਸ ਪੰਕਤੀ ਦਾ ਅਰਥ ਇਹ ਹੈ ਕਿ ਪ੍ਰਭੂ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨਾ ਹੀ ਸ੍ਰੇਸ਼ਟ ਧਰਮ ਹੈ। ਨਿਰਮਲ ਕੰਮਾਂ ਵਿੱਚ ਆਪਣੇ ਆਚਰਣ ਨੂੰ ਉੱਚਾ ਸੁੱਚਾ ਰੱਖਣਾ, ਨਿਰਭਉ ਅਤੇ ਨਿਰਵੈਰ ਹੋਣਾ, ਨਾ ਕਿਸੇ ਨੂੰ ਡਰਾਉਣਾ ਤੇ ਨਾ ਹੀ ਜ਼ਬਰ ਜ਼ੁਲਮ ਅੱਗੇ ਗੋਡੇ ਟੇਕਣਾ, ਸਮੂਹ ਮਨੁੱਖ ਜਾਤੀ ਦੀ ਬਿਨਾਂ ਦੇਸ਼, ਧਰਮ, ਜਾਤ, ਲਿੰਗ, ਰੰਗ ਦੇ ਵਿਤਕਰੇ ਤੋਂ ਸੇਵਾ ਕਰਨਾ ਆਦਿ ਸਭ ਕੁਝ ਆ ਜਾਂਦਾ ਹੈ। ਭਾਵ ਇਹ ਕੰਪਰੈਂਸਿਵ ਡੈਫੀਨੇਸ਼ਨ ਹੈ ਧਰਮ ਦੀ, ਜੋ ਪੰਚਮ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤੀ ਹੈ, ਔਰ ਇਹੀ ਜੋ ਧਰਮ ਦੀ ਵਿਆਖਿਆ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ। ਇੰਜ ਧਰਮ ਦਾ ਮਕਸਦ ਇੱਕ ਆਦਰਸ਼ਕ ਮਨੁੱਖ ਦੀ ਘਾੜਤ ਘੜਨਾ ਹੈ, ਜਿਆਦਾ ਜੋ ਜੀਵਨ ਦੇ ਸਭ ਪੱਖਾਂ ਅਧਿਆਤਮਕ, ਸਮਾਜਿਕ, ਸਦਾਚਾਰਕ, ਆਰਥਿਕ, ਰਾਜਨੀਤਿਕ ਆਦਿ ਬਾਰੇ ਸਹੀ ਸੋਚਣੀ ਦਾ ਮਾਲਕ ਹੋਵੇ। ਭਾਵ ਇਹਨਾਂ ਤੋਂ ਸਿਰਫ ਤੋਤਾ ਰੱਟਣੀ ਨਾ ਕਰਦਾ ਹੋਵੇ, ਮੰਤਰਾਂ ਦਾ ਜਾਪ ਨਾ ਕਰਦਾ ਹੋਵੇ, ਲੇਕਿਨ ਉਹਨਾਂ ਵਿਚਾਰਾਂ ਨੂੰ, ਉਹਨਾਂ ਅਸੂਲਾਂ ਨੂੰ, ਉਹਨਾਂ ਸਿਧਾਂਤਾਂ ਨੂੰ ਗੁਰਸਿੱਖ ਬਾਣੀ ਪੜ੍ਹਨ ਵਾਲਾ ਜੋ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਹੈ, ਉਸ ਦੇ ਅਧਿਆਤਮਕ ਪੱਖਾਂ 'ਚੋਂ ਸਮਾਜਿਕ, ਸਦਾਚਾਰਕ, ਆਰਥਿਕ, ਰਾਜਨੀਤਿਕ ਆਦਿ ਬਾਰੇ ਸਹੀ ਸੋਚਣੀ ਵੀ ਉਹਦੇ ਕੋਲ ਹੋਵੇ ਅਤੇ ਉਸ ਸੋਚਣੀ ਮੁਤਾਬਕ ਹੀ ਉਸ ਦਾ ਅਮਲ ਵੀ ਕਰਦਾ ਹੋਵੇ। ਜਿਵੇਂ ਅਸੀਂ ਕਹਿੰਦੇ ਹਾਂ ਕਿ ਮਨ, ਬਚ ਔਰ ਕਰਮ, ਮਨ ਦੇ ਵਿੱਚ ਵੀ ਉਹੀ ਸਿਧਾਂਤ ਅਟਲ ਹੋਣ, ਪੱਕੇ ਹੋਣ, ਦ੍ਰਿੜ ਹੋਣ, ਔਰ ਫਿਰ ਬਚਨਾਂ ਰਾਹੀਂ ਵੀ ਜਦੋਂ ਉਹਦੇ ਬੋਲ ਹੋਣ, ਉਹ ਵੀ ਬੋਲ ਇਸ ਤਰ੍ਹਾਂ ਦੇ ਹੋਣ ਜਿਵੇਂ ਬਾਣੀ 'ਚ ਸਾਨੂੰ ਬਖਸ਼ਿਸ਼ ਕੀਤਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ।
ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰ। ਤੋ ਇਹ ਜਿਹੜੇ ਗੁਣ ਇਹਨਾਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤੇ ਹਨ ਗੁਰਬਾਣੀ ਦੇ ਵਿੱਚ, ਉਹ ਹੀ ਅਸਲੀ ਜੋ ਗੁਰੂ ਨਾਨਕ ਦਾ ਸਿੱਖ ਹੈ ਉਸਨੇ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਔਰ ਆਪਣੇ ਜੀਵਨ ਦੇ ਵਿੱਚ ਉਸ ਨੂੰ ਧਾਰਨਾ ਹੈ। ਮਨ ਬਚ ਕਰਮ ਜਿਹੜੇ ਹਨ ਉਹਨਾਂ ਨੂੰ ਆਪਣੇ ਬਚਨਾਂ ਦੇ ਰਾਹੀਂ, ਆਪਣੇ ਜੀਵਨ ਦੇ ਰਾਹੀਂ ਔਰ ਉਸ ਨੂੰ ਬੋਲਾਂ ਦੇ ਰਾਹੀਂ ਉਸ ਨੂੰ ਪ੍ਰਗਟ ਵੀ ਕਰਨਾ ਹੈ। ਉਪਰੋਕਤ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਨੂੰ ਮੋਟੇ ਤੌਰ ਤੇ 3 ਭਾਗਾਂ ਵਿੱਚ ਵੰਡਣਾ ਪਵੇਗਾ। ਉਹ ਹਨ ਅਧਿਆਤਮਕ, ਸਮਾਜਿਕ ਅਤੇ ਰਾਜਨੀਤਿਕ। ਮੇਰਾ ਇਹ ਮੰਨਣਾ ਹੈ ਕਿ ਇਹੋ ਜਿਹੀ ਵਿਚਾਰ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੀ, ਉਹ ਕੇਵਲ ਸ਼ਾਇਦ ਸੈਮੀਨਾਰਾਂ 'ਚ ਹੁੰਦੀ ਹੋਵੇ ਕਿਤੇ ਕਿਤੇ, ਜਾਂ ਉਹ ਕਿਤਾਬਾਂ ਦੇ ਵਿੱਚ ਹੀ ਪਈ ਰਹੀ, ਦਬੀ ਰਹੀ ਹੋਵੇ। ਲੇਕਿਨ ਸਾਡੇ ਆਮ ਜਿਹੜੀ ਸਾਡੀ ਸੰਗਤਾਂ ਹਨ ਗੁਰਦੁਆਰਿਆਂ ਦੇ ਅੰਦਰ, ਜਾਂ ਸਾਡੇ ਆਪਣੇ ਜਿੱਥੇ ਵੀ ਵਿਚਾਰਾਂ ਹੁੰਦੀਆਂ ਨੇ, ਉੱਥੇ ਇਹਨਾਂ ਗੱਲਾਂ ਨੂੰ ਗਹੁ ਨਾਲ ਖੋਲ ਕੇ ਸਮਝਾਇਆ ਨਹੀਂ ਜਾਂਦਾ, ਨਾ ਸਮਝਿਆ ਜਾਂਦਾ ਹੈ। ਤੋ ਆਓ ਸਭ ਤੋਂ ਪਹਿਲਾਂ ਅਸੀਂ ਅਧਿਆਤਮਕ ਵਿਚਾਰਧਾਰਾ ਦੀ ਗੱਲ ਕਰਦੇ ਹਾਂ। ਮਨੁੱਖਾ ਜੀਵਨ ਦਾ ਮਕਸਦ ਕੀ ਹੈ? ਮਨੁੱਖ ਲਈ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਕਿ ਉਸ ਦੇ ਜੀਵਨ ਦਾ ਮਕਸਦ ਪਤਾ ਹੋਣਾ ਚਾਹੀਦਾ ਹੈ। ਉਹ ਸੰਸਾਰ ਵਿੱਚ ਕਿਉਂ ਆਇਆ? ਨਾਸਤਿਕ ਅਤੇ ਪਦਾਰਥਵਾਦੀ ਮਤ ਤਾਂ ਮਨੁੱਖ ਨੂੰ ਕੀ ਸਮਝਾਉਂਦੇ ਹਨ? ਈਟ, ਡਰਿੰਕ ਐਂਡ ਬੀ ਮੈਰੀ। ਆਪ ਖਾਓ ਪੀਓ ਤੇ ਕਰੋ ਆਨੰਦ ਦਾ ਉਪਦੇਸ਼ ਦਿੰਦੇ ਹਨ। ਪਰ ਧਰਮ ਤੇ ਖਾਸ ਤੌਰ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਇਹ ਚਾਹੁੰਦਾ ਹੈ ਕਿ ਮਨੁੱਖ ਉੱਚੇ ਸੁੱਚੇ ਕਿਰਦਾਰ ਦਾ ਮਾਲਕ ਬਣ ਕੇ ਸ਼ੁਭ ਗੁਣਾਂ ਨੂੰ ਅਪਣਾ ਕੇ ਦੁੱਖ ਸੁੱਖ ਤੋਂ ਨਿਰਲੇਪ ਰਹਿਣ ਦੀ ਅਵਸਥਾ ਨੂੰ ਪ੍ਰਾਪਤ ਕਰੇ ਅਤੇ ਵਿਕਾਰ ਰਹਿਤ ਜੀਵਨ ਜਿਉਂਦਿਆਂ ਹੋਇਆਂ ਸਰਬ ਸੰਸਾਰ ਦੇ ਭਲੇ ਲਈ ਹਮੇਸ਼ਾ ਹੀ ਤਤਪਰ ਰਹੇ ਔਰ ਸਰਗਰਮ ਰਹੇ। ਪਰ ਇਹੋ ਜਿਹਾ ਜੀਵਨ ਨਿਰੀਆਂ ਮੇਰੇ ਵਾਂਗਨ ਗੱਲਾਂ ਕਰਨ ਨਾਲ ਨਹੀਂ ਬਣ ਜਾਂਦਾ। ਅਜਿਹੇ ਜੀਵਨ ਦੀ ਕਾਢਤ ਪ੍ਰਭੂ ਦੀ ਸਿਫਤ ਸਲਾਹ ਕਰਨ ਨਾਲ ਹੀ ਘੜੀ ਜਾ ਸਕਦੀ ਹੈ। ਪ੍ਰਭੂ ਆਪਣਾ ਸਮੂਹ ਗੁਣਾਂ ਦਾ, ਪ੍ਰਭੂ ਆਪ ਆਪਣੇ ਆਪ ਵਿੱਚ ਸਮੂਹ ਗੁਣਾਂ ਦਾ ਖਜ਼ਾਨਾ ਹੈ। ਉਸ ਨੂੰ ਜਪਣ ਵਾਲੇ ਵੀ ਪ੍ਰਭੂ ਗੁਣਾਂ ਦੇ ਧਾਰਨੀ ਹੋ ਜਾਂਦੇ ਹਨ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਲੀ। ਗੁਣ ਕਹਿ ਗੁਣੀ ਸਮਾਉਣਿਆਂ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਉਹ ਪ੍ਰਭੂ ਨੂੰ ਆਪਣੇ ਅੰਗ ਸੰਗ ਪ੍ਰਤੀਤ ਕਰਕੇ ਵੱਡੀ ਤੋਂ ਵੱਡੀ ਔਕੜ ਅਤੇ ਦੁੱਖ ਦਾ ਸਾਹਮਣਾ ਵੀ ਸਹਿਜੇ ਹੀ ਕਰ ਲੈਂਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਰਾਗ ਵਿੱਚ ਪੰਨਾ 411 ਦੇ ਉੱਪਰ ਫਰਮਾਉਂਦੇ ਹਨ, ਜੈ ਸੋ ਰਾਤਾ ਤੈਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ। ਇਸ ਤਰ੍ਹਾਂ ਮਨੁੱਖ ਜੀਵਨ ਨੂੰ ਸਕਾਰਤ ਕਰਨ ਲਈ ਪ੍ਰਭੂ ਦਾ ਨਾਮ ਜਪਣਾ, ਉਸ ਦੀ ਸਿਫਤ ਸਲਾਹ ਕਰਨੀ, ਗੁਣ ਗਾਉਣੇ ਮਨੁੱਖ ਦਾ ਸਭ ਤੋਂ ਜ਼ਰੂਰੀ ਫਰਜ਼ ਬਣ ਜਾਂਦਾ ਹੈ। ਆਪ ਜੀ ਸ੍ਰੀ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪੰਨਾ 22 ਦੇ ਉੱਪਰ ਫਰਮਾਉਂਦੇ ਹਨ ਕਿ ਇਹ ਜੀਵਨ ਵਿੱਚ ਅਸੀਂ ਕੁਝ ਖੱਟਣ ਵਾਸਤੇ ਆਏ ਹਾਂ, ਕੁਝ ਲਾਹਾ ਲੈਣ ਆਏ ਹਾਂ। ਇਹ ਜੋ ਵਪਾਰ ਹੈ, ਇਹ ਵਪਾਰ ਵਿਰਲਾ ਵਪਾਰ ਹੈ। ਇਸ ਵਪਾਰ ਨੂੰ ਕੋਈ ਵਿਰਲਾ ਹੀ ਕਰਦਾ ਹੈ। ਤੇ ਸਤਿਗੁਰ ਨਾਨਕ ਪਾਤਸ਼ਾਹ ਜੀ ਸਾਨੂੰ ਆਵਾਜ਼ ਦਿੰਦੇ ਹਨ, ਸੱਦਾ ਦਿੰਦੇ ਹਨ ਕਿ ਵਣਜ ਕਰੋ ਵਣਜਾਰਿਓ, ਵਖਰ ਲਿਹੁ ਸਮਾਲ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸ਼ਾਹ ਦੇਖੇ ਅਤੇ ਆਏ। ਤੋ ਅਕਾਲ ਪੁਰਖ ਦਾ ਨਾਮ ਜਪਣ ਅਥਵਾ ਉਸ ਦੀ ਸਿਫਤ ਸਲਾਹ ਕਰਨ ਨਾਲ ਮਨੁੱਖ ਦੇ ਮਨ ਤੋਂ ਵਿਕਾਰਾਂ ਅਤੇ ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਮਨ ਤੇ ਧੋਖਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ। ਸਿਫਤ ਸਲਾਹ ਦੇ ਨਾਲ ਨਾਲ ਆਪਣੇ ਮਨ ਨਾਲ ਅਰਦਾਸ ਵੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਸਮਤ ਬਖਸ਼ੀ, ਮੇਰੇ ਮਨ ਵਿੱਚ ਕਦੀ ਵੀ ਹੰਕਾਰ ਨਾ ਆਵੇ, ਕਾਮ ਨਾ ਭਾਰੀ ਹੋਵੇ, ਕ੍ਰੋਧ ਨਾ ਆਵੇ, ਲੋਭ ਨਾ ਹੋਵੇ, ਮੋਹ ਨਾ ਹੋਵੇ, ਹੰਕਾਰ ਨਾ ਆਵੇ। ਤੇ ਫਿਰ ਮਨ ਦੇ ਉੱਪਰੋਂ ਵਿਕਾਰ ਜਿਹੜੇ ਹਨ ਉਹ ਨੇੜੇ ਨਹੀਂ ਆ ਸਕਣਗੇ ਤੇ ਉਹਨਾਂ ਦਾ ਅਸਰ ਜਿਹੜਾ ਹੈ ਉਹ ਸਾਡੇ ਮਨ ਤੇ ਨਹੀਂ ਪਏਗਾ। ਸਾਡਾ ਮਨ ਪਵਿੱਤਰ ਰਹਿ ਗਿਆ ਔਰ ਇਸ ਤਰ੍ਹਾਂ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਏਗਾ ਅਤੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਜਪ ਬਾਣੀ ਦੇ ਅੰਦਰ ਪੰਨਾ 4 ਦੇ ਉੱਪਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਸਾਡਾ ਮਨ ਜਿਹੜਾ ਹੈ ਉਹ ਪਾਪਾਂ ਦੇ ਨਾਲ ਕਿਸੇ ਤਰੀਕੇ ਨਾਲ ਵੀ ਲਿਬੜ ਜਾਂਦਾ ਹੈ ਤਾਂ ਉਸ ਨੂੰ ਕਿਵੇਂ ਧੋਵਾਂਗੇ ਅਸੀਂ? ਜੇਕਰ ਹੱਥ ਗੰਦੇ ਹੋ ਜਾਣ ਤੇ ਪਾਣੀ ਨਾਲ ਧੋ ਸਕਦੇ ਹਾਂ। ਜੇ ਕੋਈ ਕੱਪੜਾ ਕੋਈ ਗੰਦਾ ਹੋ ਜਾਏ ਕਿਸੇ ਚੀਜ਼ ਦੇ ਨਾਲ, ਮੂਤ ਪਲੀਤੀ, ਤਾਂ ਉਸ ਨੂੰ ਅਸੀਂ ਸਾਬਣ ਨਾਲ ਧੋਨੇ ਹਾਂ। ਲੇਕਿਨ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਜਪ ਬਾਣੀ ਦੀ ਵਿੱਚ ਹੀ ਮੰਨੇ ਦੀਆਂ ਪੌੜੀਆਂ, ਪੌੜੀ ਨੰਬਰ 12 ਤੋਂ 15 ਤੱਕ, ਇਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਮਨੁੱਖ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਸ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਮਨ ਵਿੱਚ ਜਾਗਰਤੀ ਆ ਜਾਂਦੀ ਹੈ। ਉਹ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦਾ, ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਅਤੇ ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ। ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਉਸ ਦੀ ਯਾਦ ਨੂੰ ਹਮੇਸ਼ਾ ਆਪਣੇ ਮਨ ਵਿੱਚ ਟਿਕਾਈ ਰੱਖਦੇ ਹਨ ਅਤੇ ਨਾਮ ਮਾਰਗ ਉੱਪਰ ਚੱਲ ਕੇ ਸੱਚਾ ਸੁੱਚਾ ਤੇ ਸਰਬੱਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ, ਉਹ ਇੱਥੋਂ ਆਪਣਾ ਜੀਵਨ ਸਫਲ ਕਰਕੇ ਜਾਂਦੇ ਹਨ ਅਤੇ ਪ੍ਰਭੂ ਨਜ਼ਰਾਂ ਵਿੱਚ ਕਬੂਲ ਪੈਂਦੇ ਹਨ। ਜਪ ਜੀ ਦੇ ਅਖੀਰ ਵਿੱਚ ਜੋ ਸ਼ਲੋਕ ਸਤਿਗੁਰਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਹ ਇਸ ਤਰ੍ਹਾਂ ਹੈ: ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪ੍ਰਭੂ ਦੀ ਪਛਾਣ ਸਰੂਪ ਇਹ ਕੀ ਹੈ? ਨਾਮ ਸਿਮਰਨ ਦੇ ਮਾਰਗ ਉੱਪਰ ਤੁਰਨ ਤੋਂ ਪਹਿਲਾਂ ਇਸ ਗੱਲ ਦਾ ਪਤਾ ਵੀ ਲੱਗ ਜਾਣਾ ਚਾਹੀਦਾ ਹੈ ਕਿ ਕਿਸ ਪ੍ਰਭੂ ਦਾ ਨਾਮ ਸਿਮਰਨਾ ਹੈ। ਭਾਵ ਤੁਸੀਂ ਟੈਲੀਫੋਨ ਤੇ ਨੰਬਰ ਮਿਲਾਓ ਤੇ ਤੁਹਾਨੂੰ ਇਹ ਨਾ ਪਤਾ ਹੋਵੇ ਤੁਸੀਂ ਕਿਹਦਾ ਨੰਬਰ ਮਿਲਾ ਰਹੇ ਹੋ, ਤੇ ਭਾਵੇਂ ਉਹ ਸਹੀ ਬੰਦੇ ਦਾ ਹੀ ਨੰਬਰ ਮਿਲ ਜਾਏ, ਜੇ ਤੁਹਾਨੂੰ ਪਛਾਣ ਨਹੀਂ ਤੇ ਤੁਸੀਂ ਉਹਦੇ ਨਾਲ ਗੱਲ ਨਹੀਂ ਕਰ ਸਕਦੇ। ਤਾਂ ਇਸੇ ਤਰ੍ਹਾਂ ਹੀ ਅਸੀਂ ਜਿਸ ਦਾ ਸਿਮਰਨ ਕਰਨਾ ਹੈ, ਜਿਸ ਨਾਲ ਸਿਮਰਨ ਕਰਨਾ ਹੈ, ਜਿਸ ਨਾਲ ਪਿਆਰ ਪਾਣਾ ਹੈ, ਉਸ ਦੀ ਵੀ ਸੋਝੀ ਹੋਣੀ ਚਾਹੀਦੀ ਹੈ। ਭਾਰਤ ਵਿੱਚ ਲੋਕੀ ਕਈ ਸਾਰੇ ਦੇਵੀ ਦੇਵਤਿਆਂ ਨੂੰ ਰੱਬ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਹਨ। ਮੂਰਤੀ ਪੂਜਾ ਜੋਰਾਂ ਉੱਤੇ ਪਹਿਲਾਂ ਦੇ ਧਰਮਾਂ ਨੇ ਇਹ ਵਿਚਾਰ ਆਮ ਲੋਕਾਂ ਵਿੱਚ ਫੈਲਾਇਆ ਹੋਇਆ ਸੀ ਕਿ ਪ੍ਰਭੂ ਮਨੁੱਖਾ ਦੇ ਸਰੀਰ ਧਾਰ ਕੇ ਦੇਵਤਿਆਂ ਦੇ ਰੂਪ ਵਿੱਚ ਅਵਤਾਰ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ। ਇਸੇ ਵਿਸ਼ਵਾਸ ਅਧੀਨ ਹੀ ਦੇਵ ਪੂਜਾ ਪ੍ਰਚਲਿਤ ਹੋ ਗਈ। ਗੁਰੂ ਨਾਨਕ ਪਾਤਸ਼ਾਹ ਜੀ ਇਸ ਵਿਚਾਰ ਨਾਲ ਉੱਕਾ ਹੀ ਸਹਿਮਤ ਨਹੀਂ ਹਨ। ਉਹ ਤਾਂ ਕਹਿੰਦੇ ਹਨ ਕਿ ਪ੍ਰਭੂ ਕਦੇ ਵੀ ਜਨਮ ਨਹੀਂ ਲੈਂਦਾ ਅਤੇ ਦੇਵੀ ਦੇਵਤਿਆਂ ਦੀ ਪੂਜਾ ਮਨੁੱਖ ਨੂੰ ਪ੍ਰਭੂ ਨਾਲੋਂ ਤੋੜਦੀ ਹੈ, ਜੋੜਦੀ ਨਹੀਂ। ਜਿਹੜੇ ਮਨੁੱਖ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਦੇ ਹਨ, ਉਹਨਾਂ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਉਹ ਸੰਸਾਰ ਸਾਗਰ ਨੂੰ ਤਰਨ ਦੀ ਥਾਂ ਇਸ ਵਿੱਚ ਡੁੱਬ ਜਾਂਦੇ ਹਨ। ਆਸਾ ਕੀ ਵਾਰ ਦੇ ਵਿੱਚ ਪੰਨਾ 470 ਦੇ ਉੱਪਰ ਸਤਿਗੁਰੂ ਜੀ ਨੇ ਬੜਾ ਕਲੀਅਰ ਸਾਨੂੰ ਫਰਮਾਇਆ ਕਿ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ, ਕਿ ਉਹ ਵੰਜਾਰੇ ਉਹ ਜੋ ਸੰਸਾਰ ਦੇ ਵਿੱਚ ਕੁਝ ਖੱਟਣ ਆਏ ਹਨ, ਉਹ ਡੁੱਬ ਜਾਣਗੇ, ਉਹ ਤਰ ਨਹੀਂ ਸਕਦੇ ਸੰਸਾਰ ਸਾਗਰ ਤੋਂ। ਇਸ ਕਰਕੇ ਸਿੱਖਾਂ ਨੂੰ ਦੇਵੀ ਦੇਵਤਿਆਂ ਦੀ ਪੂਜਾ ਤੋਂ ਬਚਾਉਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਪ੍ਰਭੂ ਦੇ ਸਰੂਪ ਦਾ ਬੜਾ ਨਿਖੇੜ ਕੇ ਬਿਆਨ ਕੀਤਾ ਹੈ। ਕਵੀ ਲੋਕ ਕੋਈ ਨਵੀਂ ਰਚਨਾ ਕਰਨ ਸਮੇਂ ਆਪਣੇ ਇਸ਼ਕ ਦੀ ਉਸਤਤ ਵਿੱਚ ਮੰਗਲਾਚਰਨ ਲਿਖਿਆ ਕਰਦੇ ਸਨ। ਮੂਲ ਮੰਤਰ ਵੀ ਮੰਗਲਾਚਰਨ ਹੀ ਹੈ, ਜੋ ਹਰੇਕ ਰਾਗ ਅਥਵਾ ਬਾਣੀ ਦੇ ਆਰੰਭ ਵਿੱਚ ਲਿਖਿਆ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਜਪ ਬਾਣੀ ਜੀ ਨੂੰ ਲਿਖਣ ਤੋਂ ਪਹਿਲਾਂ ਵੀ ਮੂਲ ਮੰਤਰ ਲਿਖਿਆ ਗਿਆ ਹੈ, ਜਿਸ ਨੂੰ ਆਪ ਸਾਰੇ ਭਲੀ ਪ੍ਰਕਾਰ ਜਾਣਦੇ ਹੋ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਮੰਗਲਾਚਰਨ ਜਾਂ ਮੂਲ ਮੰਤਰ ਦਾ ਅਰਥ ਹੈ ਅਕਾਲ ਪੁਰਖ ਇੱਕ ਹੈ, ਉਸ ਦਾ ਨਾਮ ਹੋਂਦ ਵਾਲਾ ਹੈ, ਭਾਵ ਉਸ ਦੀ ਹੋਂਦ ਹਰ ਸਮੇਂ ਹੈ।
ਇਹ ਨਹੀਂ ਕਿ ਕਿਸੇ ਯੁੱਗ ਵਿੱਚ ਕੋਈ ਹੋਰ ਰੱਬ ਸੀ, ਕਿਸੇ ਹੋਰ ਯੁੱਗ ਦੇ ਅੰਦਰ ਰੱਬ ਬਦਲ ਗਿਆ ਤੇ ਤੀਸਰੇ ਦੇ ਅੰਦਰ ਉਹ ਬਦਲ ਗਿਆ। ਤੇ ਇਸ ਤਰੀਕੇ ਨਾਲ ਰੱਬ ਜਿਹੜਾ ਹੈ ਉਹ ਬਦਲਦਾ ਨਹੀਂ ਹੈ, ਉਹ ਇੱਕ ਰਸ ਹੈ, ਹਮੇਸ਼ਾ ਹੀ ਉਹਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ, ਨਾ ਘਾਟ ਹੈ ਨਾ ਬਾढ़ है ना बाढ़ घाट होता है, और वो सब विच व्यापक है, सारी सृष्टि का रचनहार है। डर रहता है, वैर रहता है, वो किसी तो डरदा नहीं, ना किसी नाल वैर करता है, उसका स्वरूप काल तो परे है, भाव वो नाश रहता है, वो जूना विच नहीं आउंदा, भाव अवतार नहीं धारदा, उसनूं पैदा करन बनाउण वाला कोई होर नहीं, वो अपने आप तो स्वयंभू है, अपने आप नूं आप ही ने आप साजियो, आप ही ने रचियो नाव वाली अवस्था कि प्रभु ने अकाल पुरख ने अपने आप नूं ही अपनी होंद जिहड़ी है वो बनाई, ते वो सतगुर दी किरपा नाल मिलदा है। होर कोई तरीका नहीं, बिन सतगुर किने ना पायो, बिन सतगुर किने ना पाया, विच सतगुर आप रखियन कर प्रगट आख सुनाया, उत्तम ये विचार है जिन सच्चे स्यों चित लाया, जग जीवन दाता पाया, आसा की वार विच फरमाए। मूल मंत्र अथवा मंगलाचरण विच विचारधारा दा केंद्री धुरा है, इसनूं समझण दी बहुत लोड़ है। इस दे उपर सारा सिख फलसफा जिहड़ा है ਉਹਦੀ ਬੁਨਿਆਦ ਜਿਹੜੀ ਹੈ ਉਹ ਖੜੀ ਹੋਈ ਹੈ। ਇਸ ਵਿਚਲੇ ਵਿਚਾਰਾਂ ਨੂੰ ਮੁੜ-ਮੁੜ ਦੁਹਰਾਇਆ ਗਿਆ ਹੈ ਅਤੇ ਉਹਨਾਂ ਦੀ ਵਿਆਖਿਆ ਵੀ ਕੀਤੀ ਗਈ ਹੈ। ਇਸ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਏ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦਾ ਹਾਂ। ਅਕਾਲ ਪੁਰਖ ਕੇਵਲ ਇੱਕ ਹੈ, ਜਿਵੇਂ ਏਕ ਓੰਕਾਰ ਵੀ ਦਿੱਤਾ ਹੈ, ਉਹਦੇ ਅੰਦਰ ਕੋਈ ਜਿਵੇਂ ਦੂਸਰੇ ਮਤਾਂ ਦੇ ਵਿੱਚ 33 ਕਰੋੜ ਹਨ, ਕੋਈ ਉਹਨਾਂ ਦੇ ਹਦੀਸ ਹਨ, ਕੋਈ ਉਹਨਾਂ ਦੇ ਕੁਝ ਹੋਰ ਹਨ, ਲੇਕਿਨ ਇੱਥੇ ਬਿਲਾਵਲ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ 838 ਪੰਨੇ ਦੇ ਉੱਪਰ, ਏਕਮ ਤੋਂ ਭਾਵ ਹੈ ਇੱਕ, ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ, ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ, ਰਾਮਕਲੀ ਮਹਿਲਾ ਪਹਿਲਾ ਪੰਨਾ 930। फिर एक होर बड़ी उची आवाज में सतगुरु जी ने अपनी आवाज बुलंद की थी, आसा राग विच पन्ना 350 ऊपर, साहिब मेरा एको है भाई एको है। फिर अगे मांझ की वार विच भी श्लोक मल्ला पहला पन्ना 143 दे फरमाया, ना देव दानवा नरा, ना सिद्ध साधका तरा, अस्त एक दिगर कोई, एक तू ही कि तू एक ही है, दूसरा कोई नहीं, तू एक तू ही है, तिसे शरीक न दिसे कोई, आपे अपर अपारा है। मारू राग विच पन्ना 1026 के उपर धन गुरु नानक पातशाह जी ने फरमाया। फिर ये गल कर दी कि अकाल पुरख जिहड़ा है वो सिर्फ ना ही नहीं है, इट्स नॉट ए नेम विदाउट कंटेंट, ये होंद वाला है। जपदी बाणी विच फरमाया, आद सच श्लोक के अंदर, जुगाद सच है भी सच, नानक होसी भी सच, कि जदों युग हमेशा दे शुरुआत तो शुरू तो ही जो कुछ भी नहीं सी है, अरबद नरबुद तुदू कारा, धरन ना गगना हुक्म अपारा, ना दिन रैन चंद ना सूरज, सुर समाध लगाए, वो सुन अवस्था विच भी वो मेरा अकाल पुरख वाहिगुरू सीगा, वो सच्चा सीगा। और युगां दे आरंभ तो भी जिहड़े साडे दूसरे सिस्टर और रिलीजन हैं, सनातनी मत हैं, उन्होंने जो 4 युग गिने हैं, उन्होंने तो पहला भी उन्होंने दा रब उस तो शुरू होंदा है, सतयुग तो, त्रेते तो, द्वापर तो, कलयुग तो, लेकिन ये जो युग शुरू मन्ने जाते हैं, साडा वाहिगुरू तो उस तो पहला भी मौजूद सी, है भी सच, हुण भी है। ये है कि हुण इस तरह नहीं है कि हुण है तो कल अगली बार नहीं रहेगा, फिर नहीं रहेगा। नानक हे नानक, वो होसी भी सच, वो ऑल टाइम्स वास्ते, हमेशा वास्ते है, हमेशा ही रहेगा। तू सदा सलामत निरंकार, सदा सलामत है, वो कितों वैनिश नहीं होएगा, उसकी डेथ नहीं होएगी, वो खत्म नहीं होएगा, वो कोई टाइम बाउंड वो एग्जिस्टेंस नहीं है। आद अनील अनाद अनाहत, जुग जुग एको वेस, हमेशा ही वो इको ही जिहड़ी है उसकी शख्सियत है, उसकी हस्ती है, वो इको ही रहिंदी है, उहदे बदलदा नहीं है। फिर सानू ये फरमाया मारू राग के अंदर पंजवें पातशाह ने
ਪੰਨਾ 1083 ਤੇ ਕਿ ਕਿਰਤਮ ਨਾਮ ਕਥੇ ਤੇਰਾ ਜੇਵਾ, ਕਿ ਤੇਰਾ ਕੋਈ ਪਾਰਟਿਕੂਲਰ ਨਾਮ ਨਹੀਂ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਹੀ ਅਕਾਲ ਪੁਰਖ ਦਾ ਨਾਮ ਹੈ। ਨਹੀਂ, ਜਾਤੀ ਉਸਦਾ ਕੋਈ ਨਾਮ ਨਹੀਂ ਹੈ। ਸਤਨਾਮ ਤੇਰਾ ਪਰਾਪੂਰ ਬੁਲਾ ਕੇ ਤੂੰ ਸੱਚ ਹੈ, ਆਦ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਜਾਏ, ਤੂੰ ਸੱਚ ਹੈ। ਇਹ ਤੈਨੂੰ ਤੇਰਾ ਨਾਮ ਕਹਿ ਸਕਦੇ ਹਾਂ, ਲੇਕਿਨ ਤੇਰਾ ਜਾਤੀ ਨਾਮ ਕੋਈ ਨਹੀਂ ਹੈ। ਕ੍ਰਿਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾਪੂਰ ਬੁਲਾ। ਹੁਣ ਗੱਲ ਕਰਦੇ ਆ ਕਿ ਅਕਾਲ ਪੁਰਖ ਸਾਰੇ ਬ੍ਰਹਮੰਡਾਂ ਨੂੰ ਬਣਾਉਣ ਵਾਲਾ ਹੈ ਤੇ ਉਸ ਵਿੱਚ ਸਰਵ ਵਿਆਪਕ ਹੈ। ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਅਕਾਲ ਪੁਰਖ ਜਿਹਦੀ ਉਪਮਾ ਉੱਪਰ ਕੀਤੀ ਗਈ ਹੈ, ਜਿਹੜਾ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ, ਨਾ ਉਹ ਕਿਸੇ ਦਾ ਪੈਦਾ ਕੀਤਾ ਹੋਇਆ ਹੈ, ਨਾ ਉਸ ਦੀ ਮੌਤ ਹੁੰਦੀ ਹੈ, ਉਹ ਸਰਵ ਵਿਆਪਕ ਹੈ ਔਰ ਇੱਕੋ ਇੱਕ ਹੈ, ਉਹ ਆਖਰ ਰਹਿੰਦਾ ਕਿੱਥੇ ਹੈ? ਉਹਨੇ ਕੀਤਾ ਕਿ ਆਪਣੇ ਆਪ ਜੋ ਹੋ ਕਰਕੇ ਅਕਾਲ ਪੁਰਖ ਨੇ। तो सतगुरु जी फरमाते हैं मांझ की वार विच पन्ना 138 ਦੇ ਉੱਪਰ, ਤੂੰ ਕਰਤਾ ਪੁਰਖ ਅਗੰਮ ਹੈ ਤੇ ਪਹੁੰਚ ਨਹੀਂ ਹੋ ਸਕਦੀ, ਕੋਈ ਚੱਲ ਕੇ ਸਰੀਰਕ ਤੌਰ ਤੇ ਤੈਨੂੰ ਨਹੀਂ ਮਿਲ ਸਕਦਾ, ਪਹੁੰਚ ਨਹੀਂ ਸਕਦਾ। ਆਪ ਸ੍ਰਿਸ਼ਟ ਉਪਾਤੀ, ਆਪ ਜੀ ਨੇ ਹੀ ਸਾਰੀ ਸ੍ਰਿਸ਼ਟ ਨੂੰ ਪੈਦਾ ਕੀਤਾ ਹੈ। ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਧ ਭਾਂਤੀ, ਅਲੱਗ-ਅਲੱਗ ਤਰੀਕੇ ਨਾਲ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜੀ ਨੂੰ ਪਾਈ, ਜਿਨੇ ਇਹ ਸਾਰੇ ਸੰਸਾਰ ਦੀ ਅਲੱਗ-ਅਲੱਗ ਤਰੀਕੇ ਨਾਲ ਰਚਨਾ ਕੀਤੀ ਹੈ ਕੁਦਰਤ ਦੇ ਰਾਹੀਂ। ਤੂੰ ਜਾਣੇ ਜਿਨ ਉਪਾਈਆ ਸਭ ਖੇਲ ਤੁਮਾਤੀ, ਕਿ ਤੂੰ ਹੀ ਜਾਣਦਾ ਹੈ ਜਿਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਇਹ ਤੇਰੀ ਹੀ ਖੇਲ ਹੈ। ਤੂੰ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ, ਤੂੰ ਸੰਸਾਰ ਪੈਦਾ ਕੀਤਾ ਤੇ ਹਰ ਇੱਕ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾ ਦਿੱਤਾ। ਵੇਖਿਆ ਕੀਤਾ ਆਪਣਾ ਸੰਸਾਰ ਬਣਾਇਆ, ਫਿਰ ਉਸ ਨੂੰ ਵੇਖਦਾ ਵੀ ਹੈ। ਕਰ ਆਸਣ ਡਿੱਠੋ ਚਾਓ, ਇਹਦੇ ਵਿੱਚ ਆਸਣ ਲਗਾ ਕੇ ਪ੍ਰਮਾਤਮਾ ਆਪ ਬੈਠਾ ਹੈ, ਕਿਤੇ ਸਤਵੇਂ ਅਸਮਾਨ ਵਿੱਚ ਜਾਂ ਕਿਸੇ ਪਤਾਲ ਵਿੱਚ ਉਹ ਨਹੀਂ ਬੈਠਾ। ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ। ਸ੍ਰੀ ਰਾਗ ਮਹਲਾ ਪਹਿਲਾ ਪੰਨਾ 71। ਫਿਰ ਸੱਚੇ ਪਾਤਸ਼ਾਹ ਇਹ ਕਰਦੇ ਹਨ ਕਿ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾਕਾਰੀ, ਕਿ ਇਹ ਮੂਰਤਾਂ ਤਾਂ ਹੈ ਨਾ, ਕੋਈ ਬ੍ਰਹਮਾ ਕਹਿੰਦਾ, ਕੋਈ ਵਿਸ਼ਨ ਹੈ, ਕੋਈ ਮਹੇਸ਼ ਕਹਿੰਦਾ ਹੈ, लेकिन तू आप ही है, एक तेरी ही मूर्त है, आपे करताकारी, तू आप ही सारिया चीज़ों ਨੂੰ ਕਰਨ ਵਾਲਾ ਹੈ। ਕਿਸੇ ਬ੍ਰਹਮਾ ਨੇ ਸ੍ਰਿਸ਼ਟੀ ਨੂੰ ਨਹੀਂ ਸਾਜਿਆ, ਕਿਸੇ ਵਿਸ਼ਨ ਨੇ ਉਸ ਨੂੰ ਖਾਣ ਪਦਾਰਥ ਨਹੀਂ ਦਿੱਤਾ, ਕਿਸੇ ਨੇ ਉਸ ਨੂੰ ਇਸ ਸੰਸਾਰ ਦੇ ਵਿੱਚੋਂ ਜੋ ਮੌਤ ਹੈ ਉਸ ਦਾ ਕੋਈ ਕਿਸੇ ਨੂੰ ਚਾਰਜ ਨਹੀਂ ਦਿੱਤਾ, ਡਿਪਾਰਟਮੈਂਟ ਨਹੀਂ ਦਿੱਤਾ ਹੋਇਆ। ਇਹ ਪਰਮਾਤਮਾ ਆਪ ਹੀ ਜਿਹੜਾ ਹੈ ਉਹ ਇਸ ਸੰਸਾਰ ਦੇ ਵਿੱਚ ਜਿਹਨੂੰ ਪੈਦਾ ਕਰਦਾ ਹੈ, ਰਿਜ਼ਕ ਦਿੰਦਾ ਹੈ, और फिर उसकी इस संसार तो जिहड़ी जान का भी इंतजाम वो परमात्मा आप ही करता है। फिर सतगुरु जी आसा दी वार के अंदर ही फरमाते हैं 469 अंग के उपर, बलिहारी कुदरत वसिया, कि मैं तेथों बलिहार जाना हाँ कि तू कुदरत विच वसिया है, तेरा अंत ना जाई लिखिया, कि तेरा अंत करने की कोशिश करिए, तेरा अंत अरला परला लभन की कोशिश करिए तो वो नहीं हो सकता, लभ्या नहीं जा सकता। जात में जोत जोत में जाता, अकल कला भरपूर रहा, कि तू इस संसार के अंदर सारिया जोतां दे अंदर सारे शरीरां दे अंदर तू आप विराजमान है, उहदे विच भरपूर है। तू भरपूर जाने मैं दूर, लेकिन मैं तेनू दूर समझदा, लेकिन तू भरपूर है। सामे जो जोत है सोए सारिया जोतां दे विच शरीरां दे अंदर तेरी ही जोत काम कर रही है, जिसका चानन सब में चानन होए, और तेरी जोत के चानन सदका ही सारे जिहड़े शरीर हैं वो चल फिर रहे हैं, उन्हां दे अंदर हरकत जिहड़ी हो रही है, वो ज्ञान दूजा भी ज्ञान भी तेरा दिता होया है। सब शरीर के अंदर एक्टिविटी जिहड़ियां हैं वो तेरी होंद करके ही हैं। धनासरी महला पहला पन्ना 663। पुड़ धरती पुड़ पानी आसन चार कुंड चौबारा, सगल भवन की मूरत एका, मुख तेरा टकसाला। भाई तेरी को मूर्त अगर बनाना चाहे तो वो किवें बन सकती है? कि धरती ते ले लो, पानी ले लो, तो सारे चार कुंडा ले लो, वो सारे जो भी उसने बनाया है वो सारी तेरी ही मूर्त है। सगल भवन की मूर्त एका, मुख तेरे टकसाला। मेरे साहिबा तेरे चोज बिडाना, कि तेरे चोज जड़े हैं, तेरे चरित्र हैं, वो बड़ी हैरान करने वाले हैं।
ਜਲ ਥਲ ਮਈਲ ਭਰਪੂਰ ਲੀਨਾ ਆਪੇ ਸਰਬ ਸਮਾਣਾ। ਤੂੰ ਜਲ ਵਿੱਚ ਵੀ, ਥਲ ਵਿੱਚ ਵੀ, ਔਰ ਜਲ ਔਰ ਧਰਤੀ ਔਰ ਆਕਾਸ਼ ਦੇ ਵਿੱਚ ਵੀ ਤੂੰ ਆਪ ਹੀ ਸਮਾਇਆ ਹੋਇਆ ਹੈ। ਜੈ ਜੈ ਦੇਖਾਂ, ਜਾਂ ਜਾਂ ਦੇਖਾਂ ਤੈ ਜੋਤ ਤੁਮਾਰੀ, ਤੇਰਾ ਰੂਪ ਕਿਨੇਹਾ, ਇਕਤ ਰੂਪ ਫਿਰੇ ਪ੍ਰਛੰਨਾ, ਕੋਏ ਨਾ ਕਿਸੀ ਜਿਹਾ। ਅੰਡਰ ਜੇਰਜ ਉਤਪੁਜ ਸੇਤਜ, ਤੇਰੇ ਕੀਤੇ ਜਨਤਾ, ਏਕ ਪੁਰ ਮੈਂ ਤੇਰਾ ਦੇਖਿਆ, ਤੂੰ ਸਭਨਾ ਮੈਂ ਰਵੰਤਾ। ਇਹ ਸਾਰੇ ਦੇ ਅੰਦਰ ਤੂੰ, ਸਾਰੀਆਂ ਜੋਤਾਂ ਦੇ ਅੰਦਰ, ਸਾਰੇ ਸਰੀਰਾਂ ਦੇ ਅੰਦਰ, ਸਾਰੀ ਅੰਡਰ ਜੇਰਜ ਉਤਪੁਜ ਸੇਤਜ, ਜੋ ਵੀ ਤੂੰ ਪੈਦਾਸ਼ ਕੀਤੀ ਹੈ ਅਨੇਕਾਂ ਖਾਣੀਆਂ ਦੇ ਰਾਹੀਂ, ਉਹਨਾਂ ਸਾਰਿਆਂ ਦੇ ਅੰਦਰ ਜੀਵ ਜਨਤਾ ਵਿੱਚ ਤੂੰ ਆਪ ਹੀ ਵਿਰਾਜਮਾਨ ਹੈ। ਅਕਾਲ ਪੁਰਖ ਕਿਸੇ ਤੋਂ ਵੀ ਨਹੀਂ ਡਰਦਾ। ਇਹ ਵੀ ਗੁਣ ਮੂਲ ਮੰਤਰ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਪਹਿਰ ਹੈ ਤੇ ਅਕਾਲ ਪੁਰਖ। ਆਸਾ ਦੀ ਵਾਰ ਦੇ ਅੰਦਰ ਹੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ 464 ਪੰਨੇ ਦੇ ਉੱਪਰ, ਸਗਲਿਆਂ ਭਾਉ ਲਿਖਿਆ ਸਿਰ ਲੇਖ, ਕਿ ਸਾਰੇ ਜਿਹੜੀ ਉਸਨੇ ਪਦਾਰਥ ਕੀਤੇ ਹਨ ਉਹਦੇ ਉੱਪਰ ਕਿਸੇ ਨਾ ਕਿਸੇ ਚੀਜ਼ ਦਾ ਡਰ ਉਹਨਾਂ ਦੇ ਮਨ ਦੇ ਵਿੱਚ ਹੈ। ਭਾਵੇਂ ਉਹਨਾਂ ਦਾ ਮਰਨ ਦਾ ਡਰ ਹੈ, ਭਾਵੇਂ ਉਹਨਾਂ ਦੇ ਕੋਲ ਮਾਇਆ ਖੁੱਸ ਜਾਣ ਦਾ ਡਰ ਹੈ, ਜਾਂ ਕੋਈ ਰੁਤਬਾ ਨਹੀਂ ਮਿਲਿਆ ਉਸ ਦਾ ਡਰ ਹੈ, ਲੇਕਿਨ ਪਰਮਾਤਮਾ ਦੇ ਉੱਪਰ ਕਿਸੇ ਦਾ ਵੀ ਜਿਹੜਾ ਹੈ ਉਹ ਡਰ ਨਹੀਂ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਇਹ ਨਾਨਕ ਜਿਹੜਾ ਇਹ ਨਿਰਭਉ ਹੈ, ਇਹ ਨਾਨਕ ਅਕਾਲ ਪੁਰਖ ਨਿਰਭਉ ਹੈ, ਨਿਰੰਕਾਰ ਹੈ, ਸੱਚ ਏਕ ਹੈ, ਇੱਕੋ ਹੀ ਉਹ ਪਰਮਾਤਮਾ ਹੈ ਜਿਹੜਾ ਡਰ ਵਿੱਚ ਨਹੀਂ ਹੈ ਕਿਸੇ ਦੇ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਇਹ ਅਕਾਲ ਪੁਰਖ ਨਿਰਭਉ ਹੋਰ ਨਿਰੰਕਾਰ ਹੈ, ਹੋਰ ਕੀਤੇ ਹੀ ਜਿਹੜੇ ਰਾਮ ਚੰਦਰ ਵਰਗੇ ਜਿਹੜੇ ਅਨੇਕਾਂ ਹੀ ਹੋਏ ਹਨ। ਏਕੇ ਕੋ ਨਾਹੀ ਭਉ ਕੋਏ, ਇੱਕ ਅਕਾਲ ਪੁਰਖ ਨੂੰ ਕੋਈ ਡਰ ਨਹੀਂ ਹੈ, ਕਰਤਾ ਕਰੇ ਕਰਾਵੇ ਸੋਏ। ਬਿਲਾਵਲ ਮਹਲਾ ਪਹਿਲਾ ਪੰਨਾ 796। ਫਿਰ ਅਕਾਲ ਪੁਰਖ ਨਿਰਵੈਰ ਵੀ ਹੈ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਪੈਰ। ਰਾਮਕਲੀ ਮਹਲਾ ਪਹਿਲਾ 931। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਸੋਰਠ ਰਾਗ ਵਿੱਚ ਪਹਿਲੇ ਪਾਤਸ਼ਾਹ 596 ਪੰਨੇ ਦੇ ਉੱਪਰ ਸਪਸ਼ਟ ਕਰਦੇ ਹਨ ਕਿ ਅਕਾਲ ਪੁਰਖ ਨਿਰਭਉ ਹੈ, ਉਹ ਨਿਰੰਕਾਰ ਹੈ, ਉਸਦਾ ਕੋਈ ਆਕਾਰ ਨਹੀਂ ਹੈ, ਉਸ ਦਾ ਕੋਈ ਕਿਸੇ ਨਾਲ ਵੈਰ ਨਹੀਂ ਹੈ, ਪੂਰਨ ਜੋਤ ਸਮਾਈ, ਔਰ ਸਾਰੇ ਸੰਸਾਰ ਵਿੱਚ ਉਹ ਸਮਾ ਰਿਹਾ ਹੈ। ਅਕਾਲ ਪੁਰਖ ਦੀ ਹੋਂਦ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੈ, ਉਸ ਨੂੰ ਮੌਤ ਨਹੀਂ ਆਉਂਦੀ ਅਤੇ ਉਸ ਦੀ ਹੋਂਦ ਸਦੀਵੀ ਹੈ। ਆਦ ਸੱਚ ਜੁਗਾਦ ਸੱਚ ਦੀ ਵਿਚਾਰ ਕਰ ਚੁੱਕੇ ਹਾਂ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੀ ਵਿਚਾਰ ਕਰ ਚੁੱਕੇ ਹਾਂ। ਤੂੰ ਅਕਾਲ ਪੁਰਖ ਨਹੀਂ ਸਿਰ ਕਾਲਾ, ਕਿ ਤੂੰ ਮੌਤ ਰਹਿਤ ਹੈ, ਤੇਰੇ ਉੱਪਰ ਕਿਸੇ ਵੀ ਮੌਤ ਦਾ ਜਿਹੜਾ ਹੈ ਉਹ ਸਾਇਆ ਨਹੀਂ ਹੈ। ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੇਂ ਜਾਏ, ਕਿ ਇਹ ਅਕਾਲ ਪੁਰਖ ਤੂੰ ਜੋ ਹੈ ਪਰਮਾਨੈਂਟ ਹੈ, ਅਸਥਿਰ ਹੈ, ਤੂੰ ਚਲਾਇਮਾਨ ਨਹੀਂ ਹੈ। ਹੋਰ ਕਿਤੇ ਹੀ ਜਿਹੜੇ ਹਨ ਸੰਸਾਰ ਦੇ ਅੰਦਰ ਉਹ ਆਉਂਦੇ ਜਾਂਦੇ ਰਹਿੰਦੇ ਹਨ। ਨਾ ਉਹ ਮਰੇ ਨਾ ਹੋਵੇ ਸੋਗ, ਕਿ ਨਾ ਅਕਾਲ ਪੁਰਖ ਦੀ ਮੌਤ ਹੁੰਦੀ ਹੈ ਤੇ ਨਾ ਹੀ ਉਸ ਨੂੰ ਕਿਸੇ ਪ੍ਰਕਾਰ ਦਾ ਸੋਗ ਹੁੰਦਾ ਹੈ। ਅਕਾਲ ਪੁਰਖ ਅਜੂਨੀ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਨਾ ਤਿਸ ਬਾਪ ਨਾ ਮਾਏ, ਕਿਨ ਤੂੰ ਜਾਇਆ। ਮਲਾਰ ਰਾਗ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ 1279 ਅੰਕ ਦੇ ਉੱਪਰ, ਕਿ ਤੇਰਾ ਤੇ ਕੋਈ ਪਿਓ ਹੀ ਨਹੀਂ ਹੈ ਕਿ ਜਿਨੇ ਤੈਨੂੰ ਪੈਦਾ ਕੀਤਾ ਹੋਏ। ਨਾ ਤਿਸ ਰੂਪ ਨਾ ਰੇਖ ਵਰਨ ਸਮਾਇਆ, ਨਾ ਹੀ ਤੇਰਾ ਰੂਪ ਹੈ, ਤੂੰ ਕਾਲਾ ਹੈ, ਤੂੰ ਚਿੱਟਾ ਹੈ, ਗੋਰਾ ਹੈ, ਤੇਰਾ ਕੀ ਕਲਰ ਹੈ, ਤੇਰਾ ਕਿਹੋ ਜਿਹਾ ਵਰਨ ਹੈ, ਉਹ ਵੀ ਜਿਹੜਾ ਹੈ ਕੁਝ ਨਹੀਂ ਪਤਾ ਕਿਸੇ ਨੂੰ। ਜਾਤ ਅਜਾਤ ਅਜੂਨੀ ਸੰਭਵ, ਨਾ ਤਿਸ ਭਾਉ ਨਾ ਪਰਮਾ, ਉਹਦੀ ਕੋਈ ਜਾਤ ਵੀ ਨਹੀਂ ਹੈ, ਉਹ ਅਜੂਨੀ ਹੈ, ਜੂਨਾ ਵਿੱਚ ਵੀ ਨਹੀਂ ਆਂਦਾ, ਔਰ ਆਪਣੇ ਆਪ ਪ੍ਰਕਾਸ਼ ਸੁਤੇ ਸਿੱਧ ਪ੍ਰਕਾਸ਼ ਕਰਦਾ ਹੈ। ਅਕਾਲ ਪੁਰਖ ਨੂੰ ਕਿਸੇ ਦਾ ਨੇ ਪੈਦਾ ਨਹੀਂ ਕੀਤਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਸਾ ਕੀ ਵਾਰ ਮਹਲਾ ਪਹਿਲਾ 463। ਸੱਚ ਸਰੰਦਾ ਸੱਚਾ ਜਾਣੀਏ, ਸਚੜਾ ਪਰਵਦਗਾਰੋ, ਜਿਨ ਆਪੀ ਨੇ ਆਪ ਸਾਜਿਆ, ਸਚੜਾ ਅਲਖ ਪਾਰੋ। ਕਿ ਉਹ ਸਿਰਸੀ ਨੂੰ ਸਾਜਣ ਵਾਲਾ ਸਰੰਦਾ ਅਕਾਲ ਪੁਰਖ ਸੱਚਾ ਹੈ, ਉਸ ਨੂੰ ਹੀ ਸਮਝੋ। ਸਚੜਾ ਪਰਵਰਦਿਗਾਰੋ, ਉਹੀ ਮਾਲਕ ਪਰਵਰਦਿਗਾਰ, ਸਾਰੇ ਸੰਸਾਰ ਨੂੰ ਪਾਲਣ ਵਾਲਾ ਵੀ ਉਹ ਸੱਚਾ ਅਕਾਲ ਪੁਰਖ ਹੈ। ਜਿਨ ਆਪੀ ਨੇ ਆਪ ਸਾਜੋ, ਜਿਹਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ, ਆਪਣੀ ਹੋਂਦ ਬਣਾਈ ਹੈ,
ਸਚੜਾ ਅਲਖ ਅਪਾਰੋ। ਉਹ ਸੱਚਾ ਪਰਮਾਤਮਾ ਹੀ, ਉਸ ਨੂੰ ਲਿਖਿਆ ਨਹੀਂ ਜਾ ਸਕਦਾ, ਔਰ ਅਪਾਰ ਹੈ। ਵਡੰਸ ਮਹਲਾ ਪਹਿਲਾ ਪੰਨਾ 580। ਅਕਾਲ ਪੁਰਖ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਬੜੀ ਸਪਸ਼ਟ ਕਰਕੇ ਆਖੀ ਹੈ ਕਿ ਪ੍ਰਭੂ ਦੀ ਪ੍ਰਾਪਤੀ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਨਹੀਂ ਹੋ ਸਕਦੀ। ਇਹ ਸਪਸ਼ਟ ਕਰਕੇ ਦੱਸਿਆ। ਆਸਾ ਦੀ ਰਾਗ ਆਸਾ ਵਾਰੰਦ ਅੱਲਾ ਪਹਿਲਾ 466 ਅੰਕ ਦੇ ਉੱਪਰ, ਬਿਨ ਸਤਿਗੁਰ ਕਿਨੇ ਨਾ ਪਾਇਓ। ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਣ ਕਰ ਪ੍ਰਗਟ ਆਖ ਸੁਨਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ। ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਇਹ ਉੱਤਮ ਵਿਚਾਰ ਦਿੱਤੀ ਕਿ ਜਿਹਨੇ ਉਸ ਸੱਚੇ ਪਾਤਸ਼ਾਹ ਨੂੰ ਜਿਹੜਾ ਹੈ ਉਹ ਪਿਆਰ ਪਾਇਆ ਹੈ, ਉਹਦੇ ਨਾਲ ਮੋਹ ਪਾਇਆ ਹੈ, ਉਸ ਇਹ ਵਿਚਾਰ ਉੱਤਮ ਹੈ। ਜਿਨ ਸੱਚੇ ਸਿਉ ਚਿਤ ਲਾਇਆ, ਜਿਹਨੇ ਸੱਚੇ ਨਾਲ ਚਿਤ ਲਾਇਆ ਹੈ, ਉਸਨੇ ਹੀ ਇਹ ਜਗ ਜੀਵਨ ਦੇਣ ਵਾਲਾ ਦਾਤਾ ਅਕਾਲ ਪੁਰਖ ਦੀ ਪ੍ਰਾਪਤੀ ਕੀਤੀ ਹੈ। ਗੁਰੂ ਹੀ ਮਨੁੱਖ ਨੂੰ ਪ੍ਰਭੂ ਦਾ ਮਿਲਾਪ ਕਰਵਾ ਸਕਦਾ ਹੈ। ਮੈਂ ਤੇ ਇੱਕ ਬੇਨਤੀ ਕਰਾਂ ਕਿ ਗੁਰਮਤਿ ਵਿੱਚ ਇਹ ਸਿਧਾਂਤ ਸਾਰੇ ਭਲੀ ਪ੍ਰਕਾਰ ਜਾਣਦੇ ਹਨ ਕਿ ਅਕਾਲ ਪੁਰਖ ਔਰ ਗੁਰੂ ਔਰ ਸਾਧ ਸੰਗਤ ਇਹ ਸਿਸਟਮ ਹੈ ਕਿ ਜਿਸ ਦੇ ਉੱਪਰ ਅਕਾਲ ਪੁਰਖ ਕਿਰਪਾ ਕਰਦਾ ਹੈ, ਉਸਦੀ ਅਰਦਾਸ ਸੁਣਦਾ ਹੈ, ਉਹਨੂੰ ਗੁਰੂ ਨਾਲ ਮਿਲਾ ਦਿੰਦਾ ਹੈ। ਔਰ ਗੁਰੂ ਜੋ ਦੱਸਦਾ ਤਰੀਕਾ ਦੱਸਦਾ ਹੈ ਪ੍ਰਭੂ ਨੂੰ ਮਿਲਣ ਦਾ, ਜਿਹੜਾ ਸਿੱਖ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਆਪਣਾ ਜੀਵਨ ਉਸ ਦੇ ਨਾਲ ਉਸ ਅਨੁਸਾਰ ਜੀਂਦਾ ਹੈ, ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ, ਤੇ ਉਸ ਗੁਰੂ ਹੀ ਪਰਮਾਤਮਾ ਨਾਲ ਉਸ ਨੂੰ ਮਿਲਾ ਦਿੰਦਾ ਹੈ। ਤੋ ਇਹ ਵਿਚਾਰ ਜਿਹੜੀ ਹੈ ਪ੍ਰਭੂ ਨੂੰ ਮਿਲਾਉਣ ਦਾ ਤਰੀਕਾ ਗੁਰੂ ਹੀ ਹੈ। ਪ੍ਰਭ ਹਰਮੰਦਰ ਸੋਹਣਾ ਤਿਸਮੇ ਮਾਨਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ। ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਿਆਨ ਨਿਹਾਲ। ਗੁਰ ਪੌੜੀ ਹੈ ਜਿਸ ਰਾਹੀਂ ਅਸੀਂ ਉਸ ਗੁਰੂ ਤੱਕ ਪਹੁੰਚ ਸਕਦੇ ਹਾਂ। ਉਹ ਗੁਰ ਬੇੜੀ ਵੀ ਹੈ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਇਹ ਤੁਲਹਾ ਵੀ ਹੈ। ਹਰ ਨਾਮ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਤੁਲਹਾ ਦਾ ਕੰਮ ਕਰਦਾ ਹੈ, ਜੋ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਗੁਰ ਸਰ ਸਾਗਰ ਬੋਇ ਤੋ, ਗੁਰ ਤੀਰਥ ਦਰਿਆਓ। ਜੇ ਤਿਸ ਭਾਵੈ ਉਜਲੀ, ਸਾਸਰ ਨਾਵਨ ਜਾਓ। ਸਿਰਾਗ ਮੱਲਾ ਪਹਿਲਾ ਪੰਨਾ 17। ਬਿਨ ਸਤਗੁਰ ਨਾਮ ਨਾ ਪਾਈਐ ਭਾਈ, ਬਿਨ ਨਾਮੈ ਭਰਮ ਨਾ ਜਾਈ। ਸਤਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਸਾਚ ਸਹਿਜ ਗੁਰ ਤੇ ਉਪਜੇ ਭਾਈ, ਮਨ ਨਿਰਮਲ ਸਾਚ ਸਮਾਈ। ਗੁਰ ਸੇਵੇ ਸਿਉ ਬੂਝੇ ਭਾਈ, ਗੁਰ ਬਿਨ ਮਗ ਨਾ ਪਾਈ। ਸੁਰਤ ਮੱਲਾ ਪਹਿਲਾ 635। ਕਿ ਗੁਰੂ ਹੀ ਇਹ ਗੱਲ ਸਮਝਾਉਂਦਾ ਹੈ ਕਿ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਗੁਰੂ ਦੇ ਦੱਸੇ ਰਸਤੇ ਦੇ ਰਾਹੀਂ ਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਪ੍ਰਭੂ ਦੀ ਪ੍ਰਾਪਤੀ ਕੇਵਲ ਗੁਰੂ ਦੇ ਦਰਸ਼ਨ ਨਾਲ ਨਹੀਂ ਹੋ ਜਾਂਦੀ, ਸਗੋਂ ਗੁਰੂ ਦੀ ਸਿੱਖਿਆ ਉੱਤੇ ਚੱਲਣ ਨਾਲ ਹੁੰਦੀ ਹੈ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਡਿਠੇ ਮੁਕਤ ਨਾ ਹੋ ਗਈ, ਜੇਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਗੁਰੂ ਦਾ ਦੱਸਿਆ ਹੋਇਆ ਤਰੀਕਾ ਸ਼ਬਦ ਜਿਹੜਾ ਹੈ ਉਸ ਨੂੰ ਆਪਣੇ ਮਨ ਵਿੱਚ ਧਾਰਨ ਨਹੀਂ ਕਰਦਾ, ਉਸ ਅਨੁਸਾਰ ਆਪਣਾ ਜੀਵਨ ਨਹੀਂ ਢਾਲਦਾ, ਉਨੀ ਦੇਰ ਤੱਕ ਨਿਰਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਨਾਲ ਪ੍ਰਾਪਤੀ ਨਹੀਂ ਹੋ ਸਕਦੀ। ਜਿਵੇਂ ਅੱਜ ਕੱਲ੍ਹ ਵੀ ਅਸੀਂ ਦੇਖਦੇ ਹਾਂ ਕਿ ਕਈ ਸਾਡੇ ਵਰਗੇ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਸਾਹਿਬ ਚੁੱਕ ਕੇ ਹੀ ਦਰਸ਼ਨ ਕਰ ਲੈਂਦੇ ਹਨ, ਔਰ ਕਈ ਇੰਨੀ ਵੀ ਜੁਰਤ ਨਹੀਂ ਕਰਦੇ ਕਿ ਅਸੀਂ ਰੁਮਾਲਾ ਚੁੱਕ ਕੇ ਕੋਈ ਇੱਕ ਦੋ ਅੰਗ ਪਾਠ ਕਰ ਹੀ ਲਈਏ ਤੇ ਦੂਰੋਂ ਹੀ ਨਮਸਕਾਰ ਕਰ ਦਿੰਦੇ ਹਨ ਕਿ ਚਲੋ ਠੀਕ ਹੈ, ਰੁਮਾਲਾ ਪਿਆ ਹੈ ਨਾ, ਗੁਰੂ ਗ੍ਰੰਥ ਸਾਹਿਬ ਹੈ ਨਾ, ਬਸ ਇੰਨਾ ਸਮਝ ਕੇ ਹੀ ਉਹ ਸਮਝਦੇ ਨੇ ਕਿ ਸਾਡੀ ਹਾਜ਼ਰੀ ਲੱਗ ਗਈ। ਪ੍ਰਭੂ ਪ੍ਰਾਪਤੀ ਕੇਵਲ ਗੁਰੂ ਦਰਸ਼ਨ ਨਾਲ ਨਹੀਂ ਹੋ ਜਾਂਦੀ, ਸਗੋਂ ਗੁਰੂ ਦੀ ਸਿੱਖਿਆ ਉੱਤੇ ਚੱਲਣ ਨਾਲ ਹੁੰਦੀ ਹੈ। ਸਤਿਗੁਰ ਆਪਣੀ ਸਿੱਖਿਆ ਰੂਪੀ ਸ਼ਬਦ ਰਾਹੀਂ ਖੋਟੇ ਨਿਕੰਮੇ ਨਿਰਬੁੱਧ ਬੰਦਿਆਂ ਨੂੰ ਖਰੇ ਉੱਤਮ ਗੁਣਾਂ ਦੇ ਧਾਰਨੀ ਬਣਾ ਦਿੰਦੇ ਹਨ। ਜਿਵੇਂ ਕਿ ਮਾਝ ਕੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਨੇ 143 ਅੰਕ ਤੇ ਫਰਮਾਇਆ ਹੈ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ। ਜਪਜੀ ਬਾਣੀ ਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਲਈਏ ਤੇ ਸਾਡੇ ਮਤ ਵਿੱਚ ਜਿੱਥੇ ਕਾਮ ਕਰੋ ਲੋਭ ਮੋਹ ਹੰਕਾਰ ਹਨ, ਉੱਥੇ ਸਤ ਸੰਤੋਖ ਦਇਆ ਧਰਮ ਧੀਰਜ ਰੂਪੀ ਰਤਨ ਜਵਾਹਰ ਮਾਨਕ ਜਿਹੜੇ ਹਨ ਉਹ ਪੈਦਾ ਹੋ ਸਕਦੇ ਹਨ। ਉਹ ਸਾਡਾ ਜੀਵਨ ਧਨ ਹੋ ਸਕਦਾ ਹੈ।
गुर शब्द विगासी सह सह सौ रवासी, फल पाया गुणकारी, नानक साज मिले वड़ियाई, फिर कर सो है नारी। राष्ट्री मल्ला पहला, पन्ना 699। कुदरत देख रहे मन मानिया, गुर शब्द ही सब ब्रह्म पछानिया। नानक आत्म राम सवाया, गुर सतगुर अलख लखाया। प्रभ बेअंत गुरमत को पावै, गुर क्या शब्द मन को समझावै। सतगुर की बाणी सत सत कर मानो, ਇਹ ਆਤਮ ਰਾਮੈ ਲੀਨਾ ਹੈ। ਕਿ ਸਤਿਗੁਰ ਜੋ ਬਾਣੀ ਉਪਦੇਸ਼ ਦਿੰਦੇ ਹਨ ਉਸ ਨੂੰ ਸਤ ਕਰਕੇ ਮੰਨਣਾ ਹੈ ਔਰ ਉਸ ਦੇ ਆਪਣੇ ਮਨ ਨੂੰ ਸਮਝਾਉਣਾ ਹੈ। ਗੁਰ ਕੇ ਸ਼ਬਦ ਮਨ ਕੋ ਸਮਝਾਵੈ, ਤਾਂ ਉਸ ਪ੍ਰਭੂ ਬੇਅੰਤ ਗੁਰਮਤ ਕੋ ਪਾਵੈ, ਤਾਂ ਗੁਰੂ ਦੇ ਦੱਸੇ ਤਰੀਕੇ ਨਾਲ ਕੋਈ ਉਸ ਬਿਰਧ ਪ੍ਰਭੂ ਦੇ ਨਾਲ ਮਿਲਾਪ ਕਰ ਸਕਦਾ ਹੈ। ਇਹ ਉਹ ਆਤਮ ਰਾਮੈ ਲੀਨਾ ਹੈ। ਉਹ ਇਸ ਤਰ੍ਹਾਂ ਆਪਣੀ ਆਤਮਾ ਨੂੰ ਪਰਮ ਆਤਮਾ ਦੇ ਨਾਲ ਜੋੜ ਸਕਦਾ ਹੈ। शबद गुरपीरा गैर गंभीरा, बिन शब्द जग बौरानंग। पूरा बैरागी सहज सुभागी, सच नानक मन मानंग। सुरठ मल्ला पहला 635। कि शब्द ही गुरु पीर है, वो गैर गंभीर है और बिना गुरु के शब्द के संसार जड़ा है वो पागल होया फिरदा है, झल्ला होया फिरदा है। फिर सतगुरु जी ने रामकली राग भी सिद्ध गोष्ठ विच फरमाया कि पवन आरंभ सतगुर मत वेला, शब्द गुरु सुरत धुन चेला। कि शब्द गुरु ਨੂੰ ਆਪਣੇ ਮਨ ਦੀ ਸੁਰਤ ਰਾਹੀਂ ਉਸ ਨਾਲ ਜੋੜਨਾ ਹੈ, ਗੁਰੂ ਦੇ ਉਪਦੇਸ਼ ਨਾਲ ਜੋੜਨਾ ਹੈ, ਉਸ ਨੂੰ ਸਮਝਣਾ ਹੈ ਔਰ ਆਪਣੇ ਜੀਵਨ ਵਿੱਚ ਉਸ ਨੂੰ ਢਾਲਣਾ ਹੈ। ਤਾਂ ਸੁਰਤ ਰੂਪੀ ਚੇਲਾ ਹੀ ਗੁਰੂ ਦੇ ਸ਼ਬਦ ਦੇ ਨਾਲ ਜੁੜ ਸਕਦਾ ਹੈ। ਪ੍ਰਭੂ ਦਾ ਨਿਰਗੁਣ ਤੇ ਸਰਗੁਣ ਸਰੂਪ। ਆਓ ਇਹਦੇ ਬਾਰੇ ਵਿਚਾਰ ਕਰੀਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਸਮੇਂ ਪ੍ਰਭੂ ਬਾਰੇ ਦੋ ਵਿਚਾਰ ਪ੍ਰਚਲਿਤ ਸਨ। ਇੱਕ ਸੀ ਕਿ ਪ੍ਰਭੂ ਸਰੀਰ ਧਾਰ ਕੇ ਦੇਵਤਿਆਂ ਦੇ ਰੂਪ ਵਿੱਚ ਸੰਸਾਰ ਵਿੱਚ ਆਉਂਦਾ ਹੈ। ਇਸੇ ਵਿਚਾਰ ਅਧੀਨ ਹੀ ਵੇਦਾਂ ਵਿੱਚ ਦੇਵਤਿਆਂ ਦੀ ਉਸਤਤ ਵਿੱਚ ਮੰਤਰ ਉਚਾਰੇ ਗਏ ਹਨ। ਗੀਤਾ ਵਿੱਚ ਇਸ ਸਿਧਾਂਤ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਦੇ ਉਲਟ ਉਪਨਿਸ਼ਦਾਂ ਵਿੱਚ ਇਹ ਵਿਚਾਰ ਵੀ ਦਿੱਤਾ ਗਿਆ ਸੀ ਕਿ ਪ੍ਰਭੂ ਇਸ ਸੰਸਾਰ ਤੋਂ ਦੂਰ ਹੈ ਅਤੇ ਉਸ ਦਾ ਕੋਈ ਸਰੀਰ ਨਹੀਂ ਹੈ। ਤੇ ਉਪਨਿਸ਼ਦਾਂ ਵਿੱਚ ਵੇਦਾਂ ਦੇ ਉਲਟ ਜਿਹੜੀ ਹੈ ਵਿਚਾਰ ਦਿੱਤੀ ਗਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਭੂ ਦੇ ਦੋਹਾਂ ਸਰੂਪਾਂ ਨਿਰਗੁਣ ਅਤੇ ਸਰਗੁਣ ਨੂੰ ਮੰਨਿਆ ਹੈ, ਪਰ ਪਹਿਲੋਂ ਪ੍ਰਚਲਿਤ ਅਰਥਾਂ ਵਿੱਚ ਨਹੀਂ ਕਿ ਸਰੀਰ ਧਾਰ ਕੇ ਆਂਦਾ, ਇਸ ਤਰ੍ਹਾਂ ਉਹ ਸਰਗੁਣ ਨਹੀਂ ਹੈ। ਲੇਕਿਨ ਗੁਣ ਰੂਪ ਦੇ ਅੰਦਰ ਉਹ ਪਰਮਾਤਮਾ ਸਰਗੁਣ ਹੈ ਔਰ ਨਿਰਗੁਣ ਹੈ, ਭਾਵ ਉਸ ਦਾ ਆਪਣਾ ਪਰਸਨਲ ਕੋਈ ਵੀ ਗੁਣ ਦੋਸ਼ ਉਹਦੇ ਉੱਤੇ ਨਹੀਂ ਲਾਗੂ ਹੁੰਦਾ। ਸਿੱਖ ਸਤਿਗੁਰਾਂ ਨੇ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਕਿ ਪ੍ਰਭੂ ਦਾ ਕੋਈ ਸਰੀਰ ਨਹੀਂ ਹੈ, ਉਸ ਨੂੰ ਜਨਮ ਦੇਣ ਬਣਾਉਣ ਵਾਲਾ ਹੋਰ ਕੋਈ ਨਹੀਂ ਹੈ ਅਤੇ ਉਹ ਅਵਤਾਰ ਨਹੀਂ ਧਾਰਦਾ। ਜਿਵੇਂ ਸਨਾਤਨੀਆਂ ਵਿੱਚ ਸ੍ਰੀ ਰਾਮ ਤੇ ਕ੍ਰਿਸ਼ਨ ਨੂੰ ਰੱਬ ਦੇ ਅਵਤਾਰ ਵਜੋਂ ਪੂਜਿਆ ਜਾਂਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਭਗਵਾਨਾਂ ਨੂੰ ਅਕਾਲ ਪੁਰਖ ਦੇ ਸਾਹਮਣੇ ਬਹੁਤ ਤੁੱਛ ਜਿਹੇ ਜੀਵਾਂ ਦੇ ਰੂਪ ਵਿੱਚ ਵਰਣਨ ਕਰਦੇ ਹਨ। ਆਸਾ ਰਾਗ ਦੇ ਅੰਦਰ अन्ना 350 ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਦੇ ਇਹ ਅਮੋਲਕ ਬੋਲ ਜਿਹੜੇ ਹਨ ਉਹ ਸੁਭਾਇਮਾਨ ਹਨ। ਪਾਵਨ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਧਲੇ ਦੈਂ ਸਿਰ ਮੂੜ ਘਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਵੇ ਪੂਰ ਰਿਹਾ ਲਿਵ ਲਾਏ। ਆਪ ਜਿੱਥੇ ਰਾਵਣ ਦੇ ਮਾਰਨ ਦੀ ਗੱਲ ਹੈ, ਉਹਨਾਂ ਕਿਹਾ ਰਾਵਣ ਤੇ ਆਪਣੀ ਮੌਤ ਆਪ ਮਰਿਆ ਹੈ ਤੇ ਉਸ ਨੂੰ ਇੱਕ ਨੂੰ ਮਾਰ ਦਿੱਤਾ ਤੇ ਉਹਦੇ ਨਾਲ ਕਿਹੜਾ ਕੋਈ ਉਹ ਪਰਮਾਤਮਾ ਦਾ ਸਰੂਪ ਹੋ ਗਿਆ। ਪਰਮਾਤਮਾ ਨੇ ਤੇ ਧਰਤੀ ਬਣਾਈ ਹੈ, ਪੌਂਡ ਬਣਾਈ ਹੈ ਔਰ ਜਲ ਔਰ ਅਗਨੀ ਦਾ ਆਪਸ ਵਿੱਚ ਸੁਮੇਲ ਕੀਤਾ, ਜਦੋਂ ਕਿ ਦੋਨੋਂ ਆਪੋਜ਼ਿਟ ਹਨ। ਅਗਨੀ ਦੇ ਅੰਦਰ ਹੀ ਜਿਹੜਾ ਹੈ ਉਹ ਜਲ ਵੀ ਰੱਖਿਆ ਹੈ ਪੌਦਿਆਂ ਦੇ ਅੰਦਰ, ਵੈਜੀਟੇਸ਼ਨ ਦੇ ਅੰਦਰ। ਜਿੱਥੇ ਪਾਣੀ ਨਾਲ ਬੂਟੇ ਵੱਧਦੇ ਹਨ ਉੱਥੇ ਉਹਦੇ ਵਿੱਚ ਅੱਗ ਵੀ ਭਰੀ ਹੈ, ਜਦੋਂ ਸੁੱਕ ਜਾਂਦੇ ਹਨ ਤਾਂ ਉਹਨੂੰ ਅੱਗ ਵੀ ਲੱਗ ਜਾਂਦੀ ਹੈ। ਤੇ ਈਵਨ ਫੋਰੈਸਟ ਫਾਇਰ ਅੱਜ ਕੱਲ੍ਹ ਜਿਹੜੀ ਹੈ ਆਮ ਹੋ ਗਈ ਹੈ ਕੰਟਰੀਜ਼ ਦੇ ਅੰਦਰ, ਕਿ ਜਿੱਥੇ ਬੂਟੇ ਆਪਸ ਵਿੱਚ ਹੀ ਰਗੜਨ ਦੇ ਨਾਲ ਅੱਗ ਜਿਹੜੇ ਹਨ ਉਹ ਪੈਦਾ ਹੋ ਜਾਂਦੀ ਹੈ ਔਰ ਸੜ ਜਾਂਦੇ ਹਨ। ਅੰਦਲੇ ਦੈ ਸਿਰ ਮੂੰਡ ਘਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਿਹਾ ਲਿਵ ਲਾਏ। ਭਾਵ ਤੇਰੀ ਕੀ ਉਪਮਾ ਕਹਿ ਸਕਦੇ ਹਾਂ, ਤੂੰ ਸਾਰਿਆਂ ਵਿੱਚ ਜਿਹੜਾ ਹੈ ਉਹ ਬਿਰਾਜਮਾਨ ਹੈ, ਰਵਿਆ ਹੋਇਆ ਹੈ। ਜੀ ਉਪਾਏ ਜਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ, ਕਿ ਇੱਕ ਕਾਲੀ ਨਾਗ ਨੂੰ ਨੱਥ ਕੇ ਕੀ ਵਡਿਆਈ ਹੋ ਗਈ ਕਿ ਤੂੰ ਤੇ ਸਾਰੇ
ਸੰਸਾਰ ਦੀ ਜੁਗਤ ਆਪਣੇ ਹੱਥ ਵਿੱਚ ਫੜੀ ਹੋਈ ਹੈ, ਉਸ ਨੂੰ ਨੱਥਿਆ ਆਇਆ ਹੈ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ? ਤੂੰ ਕਿਹਦਾ ਪੁਰਖ ਹੈ ਤੇ ਕਿਹਦੀ ਤੂੰ ਔਰਤ ਹੈ, ਵਹੁਟੀ ਹੈ? ਤੂੰ ਤਾਂ ਸਰਬ ਨਿਰੰਤਰ ਰਵ ਰਿਹਾ, ਸਾਰਿਆਂ ਵਿੱਚ ਹੈ ਤੂੰ। ਭਾਵ ਤੈਨੂੰ ਕਿਸੇ ਪੁਰਖ ਜਾਂ ਜੋਰੂ ਦੇ ਰੂਪ ਵਿੱਚ ਵੀ ਅਸੀਂ ਵਰਣਨ ਨਹੀਂ ਕਰ ਸਕਦੇ। ਕਾ ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਨ ਸ੍ਰਿਸ਼ਟ ਗਿਆ। ਕਿ ਬ੍ਰਹਮਾ ਦੀ ਵੀ ਗੱਲ ਕਰ ਦਿੱਤੀ ਕਿ ਉਹ ਸ੍ਰਿਸ਼ਟੀ ਨੂੰ ਲੱਭਦਾ ਲੱਭਦਾ ਵਿਸ਼ਨੂੰ ਜੀ ਦੀ ਨਾਭ ਕਮਲ ਦੇ ਵਿੱਚ ਹੀ ਗਾਇਬ ਹੋ ਗਿਆ। ਆਗੋ ਅੰਤ ਨਾ ਪਾਇਓ ਤਾਂ ਕਾ, ਕਿ ਉਸ ਪਰਮਾਤਮਾ ਦਾ ਅੰਤ ਕਿਸੇ ਨਹੀਂ ਪਾਇਆ। ਕੰਸ ਛੇਦ ਕਿਆ ਵੱਡਾ ਪਿਆ, ਕੰਸ ਨੂੰ ਮਾਰ ਕੇ ਸ੍ਰੀ ਕ੍ਰਿਸ਼ਨ ਜੀ ਕਿੰਨੇ ਕੁ ਵੱਡੇ ਮਹਾਨ ਹੋ ਗਏ। ਤੋ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਨਿਖੇੜ ਕੇ ਔਰ ਬੁਲੰਦ ਆਵਾਜ਼ ਵਿੱਚ ਕਹੀ। ਸਦੀਵੀ ਹੋਂਦ ਵਾਲੇ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। ਜਿਹੜੇ ਅਵਤਾਰ ਜੰਮਦੇ ਮਰਦੇ ਹਨ, ਉਹ ਤਾਂ ਆਪ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ, ਹੋਰਨਾਂ ਦੀ ਕੀ ਰੱਖਿਆ ਕਰਨਗੇ। ਇਸ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਅੰਦਰ ਪੰਨਾ 463 ਦੇ ਉੱਪਰ ਇਹ ਬੋਲ ਸਾਨੂੰ ਸਮਝਾਏ ਹਨ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਕਚ। ਇਹ ਜਿਹੜੇ ਜੰਮੇ ਫਿਰ ਮਰ ਗਏ, ਉਹ ਤਾਂ ਨਿਕੱਚੇ ਹੀ ਹੋਏ ਨਾ, ਉਹ ਕੋਈ ਪੱਕੇ ਥੋੜੇ ਹੀ, ਉਹਦੇ ਕੀ ਲੜ ਲੱਗਣਾ ਹੈ। ਫਿਰ ਸਤਿਗੁਰੂ ਨੇ ਫਰਮਾਇਆ ਸੋਰਠ ਰਾਗ ਦੇ ਅੰਦਰ 637 ਅੰਗ ਦੇ ਉੱਪਰ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਕਿ ਦੇਵੀ ਦੇਵਤਿਆਂ ਨੂੰ ਪੂਜੀਏ ਭਾਈ, ਉਹ ਕੀ ਮੰਗਾਂਗੇ ਉਹਨਾਂ ਤੋਂ, ਕੀ ਸਾਨੂੰ ਦੇਣਗੇ। ਪਾਹਨ ਨੀਰ ਪਖਾਲੀਏ ਭਾਈ, ਜਾਲਮੇ ਬੁੱਢੇ ਤੇ ਜੇ ਪੱਥਰ ਨੂੰ ਪਾਣੀ ਦੇ ਨਾਲ ਨਵਾ ਵੀ ਲਈਏ ਤੇ ਭਾਈ ਪੱਥਰ ਦੀ ਮੂਰਤੀ ਸਾਨੂੰ ਕੀ ਦੇਗੀ, ਉਹ ਤਾਂ ਜਲ ਵਿੱਚ ਡੁੱਬੀ ਜਾਏਗੀ। ਪ੍ਰਭੂ ਦੇ ਸਰਗੁਣ ਸਰੂਪ ਨੂੰ ਗੁਰੂ ਜੀ ਨੇ ਬਿਲਕੁਲ ਨਵੇਂ ਅਰਥਾਂ ਵਿੱਚ ਪ੍ਰਚਾਰਿਆ ਹੈ। ਗੁਰੂ ਜੀ ਅਨੁਸਾਰ ਸਾਰੀ ਸ੍ਰਿਸ਼ਟੀ ਹੀ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਹੈ। ਮੈਂ ਫਿਰ ਰਿਪੀਟ ਕਰਦਾ ਹਾਂ, ਗੁਰੂ ਜੀ ਅਨੁਸਾਰ ਸਾਰੀ ਸ੍ਰਿਸ਼ਟੀ ਹੀ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਹੈ। ਸਭ ਜੀ ਜੰਤ ਉਸੇ ਦਾ ਇਹ ਰੂਪ ਹੀ ਤਾਂ ਹਨ। 83 ਰਾਗ ਦੇ ਇੱਕ ਸ਼ਬਦ ਵਿੱਚ ਪ੍ਰਭੂ ਦੇ ਨਿਰਗੁਣ ਅਤੇ ਸਰਗੁਣ ਸਰੂਪ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਅਕਾਲ ਪੁਰਖ ਜਨਮ ਨਹੀਂ ਲੈਂਦਾ, ਇਸ ਲਈ ਉਸਦਾ ਸਰੀਰ ਨਹੀਂ ਹੈ। ਮੂੰਹ ਹੱਥ ਪੈਰ ਨੱਕ ਕੰਨ ਆਦਿ ਨਹੀਂ ਹਨ, ਇਹ ਉਸ ਦਾ ਨਿਰਗੁਣ ਸਰੂਪ ਹੈ। ਪਰ ਸਭ ਜੀਵਾਂ ਵਿੱਚ ਅਕਾਲ ਪੁਰਖ ਦੀ ਜੋਤ ਆਤਮਾ ਨਿਵਾਸ ਕਰਦੀ ਹੈ, ਇਸ ਲਈ ਸਭ ਜੀਵਾਂ ਦੇ ਸਰੀਰ ਮੂਲ ਰੂਪ ਵਿੱਚ ਪ੍ਰਭੂ ਦੇ ਸਰੀਰ ਹੀ ਹਨ। ਇਹ ਪ੍ਰਭੂ ਦਾ ਨਿਰਗੁਣ ਔਰ ਸਰਗੁਣ ਸਰੂਪ ਜਿਹੜਾ ਹੈ, ਉਸ ਦਾ ਨਖੇੜਾ ਕਰਦੀ ਹੈ। ਸਤਿਗੁਰੂ ਦੇ 83 ਰਾਗ ਦੇ ਅੰਦਰ ਪੰਨਾ 663 ਦੇ ਉੱਪਰ ਸਾਨੂੰ ਫਰਮਾਇਆ, ਜਿਹੜਾ ਅਸੀਂ ਰੋਜ਼ ਹੀ ਰਾਤ ਨੂੰ 16 ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸੈਂਸ ਤਵ ਨੈਣ ਨਨ ਨੈਣ ਹੈ ਤੋਏ ਕੋ। ਸਾਰੇ ਅੱਖਾਂ ਤੇਰੀਆਂ ਹੀ ਹਨ, ਪਰ ਤੇਰੀ ਪਾਰਟਿਕੂਲਰ ਅੱਖ ਕੋਈ ਵੀ ਨਹੀਂ। ਸੈਂਸ ਮੂਰਤ ਨਨਾ ਇੱਕ ਤੋਈ। ਸਾਰੀਆਂ ਜਿਹੜੀਆਂ ਸਰੀਰ ਦੀਆਂ ਮੂਰਤਾਂ ਹਨ ਜਿਹੜੀਆਂ, ਉਹ ਸਾਰੀਆਂ ਤੇਰੀਆਂ ਹੀ ਹਨ, ਪਰ ਤੇਰੀ ਕੋਈ ਪਾਰਟਿਕੂਲਰ ਮੂਰਤ ਨਹੀਂ ਹੈ। ਸੈਂਸ ਪਦ ਬਿਮਲ, ਸਾਰੇ ਸੋਹਣੇ ਪੈਰ ਜਿਹੜੇ ਹਨ ਤੇਰੇ ਹੀ ਹਨ। ਨਨ ਏਕ ਪਦ, ਪਰ ਤੇਰਾ ਕੋਈ ਇੱਕ ਵੀ ਪੈਰ ਨਹੀਂ ਹੈ। ਗੰਧ ਬਿਨ ਸਹਿਜ ਤਵ ਗਾਂਧੀ ਵਿਚਲਤ ਮੋਹੀ, ਪਰ ਤੇਰੇ ਕੰਨ ਜਿਹੜੇ ਗੰਧ ਹੈ, ਨੱਕ ਹੈ, ਉਸ ਤੋਂ ਬਿਨਾਂ ਸਾਰੇ ਜਿਹੜੇ ਹਨ ਗੰਧ ਲੈਣ ਵਾਲੇ ਨੱਕ ਜਿਹੜੇ ਹਨ, ਇਹ ਸਾਰੇ ਤੇਰੇ ਹੀ ਹਨ। ਇਹ ਚਲਤ ਦੇਖ ਕਰਕੇ ਕਿ ਸਾਰੇ ਹੀ ਕੰਨ ਨੱਕ ਅੱਖਾਂ ਤੇਰੀਆਂ ਹਨ, ਸਰੀਰ ਤੇਰੇ ਹਨ, ਪਰ ਤੇਰਾ ਕੋਈ ਵੀ ਨਹੀਂ ਹੈ। ਇਹ ਚਲਤ ਮੋਹੀ ਹੈ, ਭਾਵ ਮੈਨੂੰ ਬੜਾ ਵਿਡਾਨ ਕਰਦਾ ਹੈ, ਬੜਾ ਹੈਰਾਨ ਕਰਦਾ ਹੈ। ਸਾਬੇ ਜੋ ਜੋਤ ਹੈ ਸੋਏ, ਸਾਰਿਆਂ ਵੀ ਤੇਰੀ ਜੋਤ ਬਿਰਾਜਮਾਨ ਹੈ। ਤਿਸ ਕੈ ਚਾਨਣ ਸਭ ਨੇ ਚਾਨਣ ਹੋਏ, ਇਸ ਦਾ ਚਾਨਣ ਹੀ ਸਾਰਿਆਂ, ਤੇਰੇ ਚਾਨਣ ਹੀ ਸਾਰਿਆਂ ਦੇ ਵਿੱਚ ਜਿਹੜਾ ਹੈ ਉਹ ਚਾਨਣ ਹੋ ਰਿਹਾ ਹੈ। ਤੋ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਦੀ ਅਸੂਲਾਂ ਦੀ ਜਿਹੜੀ ਸੰਭਾਲ ਹੈ ਉਹ ਸਾਨੂੰ ਕਰਨ ਦੀ ਲੋੜ ਹੈ। ਇਹ ਪਿੱਛੇ ਅਸੀਂ ਬਿਆਨ ਕਰ ਚੁੱਕੇ ਹਾਂ ਕਿ ਪ੍ਰਭੂ ਤੋਂ ਵਿਥ ਕਿਉਂ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਰਮਾਤਮਾ ਸਾਡੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਲੇਕਿਨ ਸਾਡੇ ਤੋਂ ਵੱਖ। ਇੱਕ ਬੜੀ ਕਿਸੇ ਨੇ ਕਵੀ ਨੇ ਗੱਲ ਕਹੀ ਕਿ ਰੱਬ ਸਾਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਇਹ ਸੱਚਾ ਸੁਖ ਜਾਂ ਸ਼ਾਂਤੀ ਪ੍ਰਭੂ ਨਾਲ ਜੁੜਿਆ ਹੀ ਪ੍ਰਾਪਤ ਹੋ ਸਕਦੀ ਹੈ, ਅਤੇ ਪ੍ਰਭੂ ਨਾਲ ਇੱਕ ਮਿਕਤਾ ਪ੍ਰਾਪਤ ਕਰਕੇ ਹੀ ਮਨੁੱਖ ਸੱਜਾ ਅਤੇ ਸਫਲ ਜੀਵਨ ਬਤੀਤ ਕਰ ਸਕਦਾ ਹੈ। ਪਰ ਜਗਤ ਵਿੱਚ ਇਹ ਗੱਲ ਬੜੇ ਅਚੰਭੇ ਵਾਲੀ ਹੈ ਕਿ ਬਹੁਤੇ ਮਨੁੱਖ ਤੇ ਇਸਤਰੀਆਂ ਪ੍ਰਭੂ ਨਾਲੋਂ ਟੁੱਟੇ ਹੋਏ ਹਨ, ਅਤੇ ਕਈ ਤਾਂ ਪ੍ਰਭੂ ਦੀ ਹੋਂਦ ਜਿਹੜੀ ਹੈ ਉਸ ਤੋਂ ਹੀ ਮੁਨਕਰ ਹੋਏ ਪਏ ਹਨ। ਇਸ ਦਾ ਕਾਰਨ ਮਾਇਆ ਹੈ। ਮਾਇਆ ਪ੍ਰਭੂ ਦੀ ਹੀ ਪੈਦਾ ਕੀਤੀ ਹੋਈ ਸ਼ਕਤੀ ਹੈ।
ਜੋ ਸੰਸਾਰ ਦੀ ਖੇਡ ਨੂੰ ਚਲਾਉਣ ਲਈ ਜ਼ਰੂਰੀ ਹੈ। ਮਾਇਆ ਦਾ ਸੁਭਾਅ ਹੈ ਲੋਕਾਂ ਨੂੰ ਪ੍ਰਭੂ ਵੱਲੋਂ ਤੋੜ ਕੇ ਸੰਸਾਰ ਦੇ ਨਾਸ਼ਵੰਤ ਪਦਾਰਥਾਂ ਨਾਲ ਜੋੜਨਾ। ਪ੍ਰਭੂ ਮੁਖੀ ਮਨੁੱਖ ਸੰਸਾਰ ਦੇ ਜਿਹਨੂੰ ਅਸੀਂ ਗੁਰਮੁਖ ਕਹਿ ਸਕਦੇ ਹਾਂ, ਅਕਾਲ ਪੁਰਖ ਦੇ ਵੱਲ ਜਿਹੜਾ ਮੁਖ ਹੈ, ਗੁਰੂ ਵੱਲ ਜਿਹੜਾ ਮਨੁੱਖ ਹੈ, ਮਨੁੱਖ ਸੰਸਾਰ ਦੇ ਪਦਾਰਥਾਂ ਵਿੱਚ ਰਹਿੰਦਾ ਹੋਇਆ ਵੀ ਇਹਨਾਂ ਪਦਾਰਥਾਂ ਦੇ ਰਸਾਂ ਭੋਗਾਂ ਵਿੱਚ ਖਚਤ ਨਹੀਂ ਹੁੰਦਾ। ਜਦੋਂ ਕਿ ਪ੍ਰਭੂ ਪ੍ਰੇਮਹੀਣਾ ਮਨੁੱਖ, ਮਨਮੁਖ ਜਿਹਨੂੰ ਕਹਿੰਦੇ ਹਨ, ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਨੂੰ ਹੀ ਆਪਣਾ ਜੀਵਨ ਉਪਦੇਸ਼ ਸਮਝਦਾ ਹੈ। ਇਹਨਾਂ ਦੀ ਪ੍ਰਾਪਤੀ ਤੇ ਸਾਂਭ ਸੰਭਾਲ ਵਿੱਚ ਲੱਗਾ ਹੋਇਆ ਕੇਵਲ ਆਪਣੇ ਸੁੱਖਾਂ ਲਈ ਸਾਧਨ ਇਕੱਠੇ ਕਰਦਾ ਹੋਇਆ ਝੂਠ, ਫਰੇਬ, ਧੋਖਾ, ਦੂਜੇ ਦਾ ਹੱਕ ਮਾਰਨਾ, ਚੋਰੀ, ਸਮਗਲਿੰਗ, ਲੁੱਟਮਾਰ ਕਰਨੀ ਆਦਿਕ ਵਿਕਾਰਾਂ ਵਿੱਚ ਆਪਣਾ ਜੀਵਨ ਗਵਾ ਲੈਂਦਾ ਹੈ ਤੇ ਇਸ ਸੰਸਾਰ ਤੋਂ ਅੰਤ ਨੂੰ ਕੂਚ ਕਰ ਜਾਂਦਾ ਹੈ। ਇਸ ਸਭ ਮਾਇਆ ਦਾ ਪ੍ਰਭਾਵ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਇਆ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ। ਆਓ ਸਮਝੀਏ। ਗੌੜੀ ਗਵਾਰੇਰੀ ਮਹੱਲਾ ਪਹਿਲਾ ਪੰਨਾ 222। ਮਨ ਭੂਲੋ ਮਾਇਆ ਕਰ ਜਾਏ, ਕਾਮ ਬਿਰਦੂ ਰਹੇ ਨਾ ਠਾਏ, ਹਰ ਭਜ ਪ੍ਰਾਣੀ ਰਸਨ ਰਸਾਏ, ਗੈਵਰ ਹੈਵਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚਾਲੇ ਹਾਰੀ, ਜੂਏ ਖੇਲਣ ਕਾਚੀ ਸਾਰੀ। ਮਾਇਆ ਮਾਇਆ ਕਰ ਮੂਏ, ਮਾਇਆ ਕਿਸੇ ਨਾ ਸਾਥ। ਕਿ ਹਾਏ ਹਾਏ ਮਾਇਆ, ਹਾਏ ਪੈਸਾ, ਹਾਏ ਧੇਲਾ, ਹਾਏ ਪ੍ਰਾਪਰਟੀ, ਹਰ ਮੇਰੇ ਐਸ਼ਵਰਜ ਜਿਹੜਾ ਚਾਹੀਦਾ ਹੈ ਉਹਨੂੰ, ਪਰ ਇਹ ਮਾਇਆ ਕਿਸੇ ਨੇ ਸਾਥ ਨਹੀਂ ਜਾਣੇ। ਮਾਇਆ ਜਿਹੜੀ ਹੈ, ਜਿਹਨੂੰ ਕਹਿੰਦੇ ਹਨ ਕਿ ਇਹ ਜਦੋਂ ਮਰ ਜਾਂਦੀ ਹੈ, ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦੇ ਨਾਲ ਨਹੀਂ ਜਾਂਦੀ ਹੈ, ਉਸ ਦਾ ਤੇ ਕਸਮ ਹੋਰ ਹੋ ਜਾਂਦਾ ਹੈ। ਉਹ ਕਿਸੇ ਪ੍ਰਾਪਰਟੀ ਕਿਸੇ ਹੋਰ ਦੇ ਨਾਂ ਹੋ ਜਾਂਦੀ, ਉਹਦੇ ਨਾਂ ਤੇ ਰਹਿੰਦੀ ਨਹੀਂ। ਕਸਮ ਮਰੇ ਤੋਂ ਨਾਰ ਨਾ ਰੋਵੇ, ਉਸ ਰਖਵਾਲਾ ਔਰੋ ਹੋਵੇ। ਉਹਦਾ ਤੇ ਉਸ ਵੇਲੇ ਕੋਈ ਹੋਰ ਹੀ ਹੋ ਜਾਂਦਾ ਹੈ, ਜਿਸ ਵੇਲੇ ਉਸ ਦਾ ਅੰਤ ਹੋ ਜਾਂਦਾ ਮਨੁੱਖ ਦਾ। ਤਾਂ ਉਸ ਦੇ ਜਿਹੜੇ ਪ੍ਰਾਪਰਟੀ ਦੇ ਵਾਰ ਜਿਹੜੇ ਅੱਗੋਂ ਡਿਸੈਂਡੈਂਟਸ ਹਨ ਜਾਂ ਜਿਹੜੇ ਕਲੇਮੈਂਟ ਹਨ, ਉਹ ਆਪਣਾ ਕਲੇਮ ਸ਼ੁਰੂ ਕਰ ਦਿੰਦੇ ਹਨ ਤੇ ਜਿਹਦੀ ਡੈਥ ਹੋਈ ਹੈ ਉਹ ਤੇ ਫਿਰ ਐਕਸ ਹੋ ਜਾਂਦਾ ਹੈ, ਉਹ ਤੇ ਫਿਰ ਐਕਸਪਾਇਰ ਹੋ ਜਾਂਦਾ ਹੈ। ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ। ਹੰਸ ਚਲੇ ਉਠ ਡੁੰਮਣੋ, ਮਾਇਆ ਭੋਲੀ ਆਤ। ਮਨ ਝੂਠਾ ਜਮ ਜੋਹਿਆ, ਅਵਗਣ ਚੱਲੇ ਨਾਲ। ਮਨ ਮੈਂ ਮਨ ਉਲਟੇ ਮਰੈ, ਜੇ ਗੁਣ ਹੋਵੇ ਨਾਲ। ਮੇਰੀ ਮੇਰੀ ਕਰਮ ਹੋਏ, ਬਿਨ ਨਾਵੇਂ ਬਾਜੀ ਦੀਵਾਨ। ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ। ਕਿ ਅਗਰ ਸੱਚੇ ਨਾਮ ਨੂੰ ਵਿਆਜਿਆ ਨਹੀਂ ਹੈ ਤਾਂ ਇਸ ਸੰਸਾਰ ਦੇ ਵਿੱਚ ਆਉਣ ਜਾਣਾ ਜਿਹੜਾ ਹੈ ਉਹ ਝੂਠਾ ਹੀ ਰਿਹਾ, ਵਿਅਰਥ ਹੀ ਰਿਹਾ, ਆਪ ਕਿਸੇ ਅਰਥ ਨਾ ਰਿਹਾ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਨ। ਕਿ ਪਰਮਾਤਮਾ ਆਪ ਹੀ ਸਭ ਤੋਂ ਚਤੁਰ ਹੈ, ਸਭ ਤੋਂ ਸਿਆਣਾ ਹੈ ਤੇ ਆਪ ਹੀ ਸੁਜਾਨ ਹੈ। ਰਾਮਕਲੀ ਦੱਖਣੀ ਓਂਕਾਰ ਵਿੱਚ 935-36 ਦੇ ਉੱਪਰ ਸਤਿਗੁਰੂ ਜੀ ਨੇ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਫਰਮਾਈ ਹੈ। ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਮਾਇਆ ਦੇ ਪ੍ਰਭਾਵ ਥੱਲੇ ਮਨੁੱਖ ਸੰਸਾਰਕ ਪਦਾਰਥ ਇਕੱਤਰ ਕਰਦਾ ਹੋਇਆ ਅਤੇ ਇਹਨਾਂ ਪਦਾਰਥਾਂ ਦੇ ਮੋਹ ਰਸਾਂ ਕਸਾਂ ਵਿੱਚ ਗਲਤਾਨ ਹੋਇਆ, ਇਹਨਾਂ ਪਦਾਰਥਾਂ ਦੇ ਮੋਹ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਆਪਣਾ ਜੀਵਨ ਨਿਸ਼ਫਲ ਗਵਾ ਲੈਂਦਾ ਹੈ। ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ। ਕਿਸੀ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ, ਸੋਇਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ। ਸਭ ਜਗ ਮੈਂ ਦੋਹੀ ਫੇਰੀਏ, ਬਿਨ ਨਾਵੇਂ ਸਿਰਕਾਲ। ਪਿੰਡ ਪੜੇ ਜਿਉ ਖੇਲ ਸੀ, ਬਦ ਫੈਲੀ ਕਿਆ ਹਾਲ। ਕੁੱਤਾ ਦੇਖ ਵਿਕਸਰੀਏ, ਨਾਰੀ ਸੇਜ ਪਧਾਰ। ਚੋਆ ਚੰਦਨ ਲਾਈਏ, ਕਾਪੜ ਰੂਪ ਸਿੰਗਾਰ। ਖੇਉ ਖੇਉ ਰਲਾਈਏ, ਛੋੜ ਚਲਾ ਕਰਬਾਰ। ਮਹਿਰ ਮਲੂਕ ਕਹਾਈਏ, ਰਾਜਾ ਰਾਓ ਕੇ ਖਾਨ। ਚੌਧਰੀ ਰਾਓ ਸਦਾਈਏ, ਜਲ ਬਲੀਏ ਅਭਮਾਨ। ਮਨਮੁਖ ਨਾਮ ਵਿਸਾਰਿਆ, ਜਿਉਂ ਡਵ ਦੱਦਾ ਕਾਣ। ਕਿ ਬੜਾ ਆਪਣੇ ਆਪ ਨੂੰ ਚੌਧਰੀ ਕਹਿ ਰਿਹਾ ਹੈ, ਮੈਂ ਬੜਾ ਰਾਓ ਸਾਹਿਬ ਹਾਂ, ਮੈਂ ਬੜਾ ਵੱਡਾ ਚੱਕਰਵਰਤੀ ਰਾਜਾ ਹਾਂ, ਤੇ ਉਸ ਦੇ ਵਿੱਚ ਹੰਕਾਰ ਵਿੱਚ ਹੀ ਜਲਿਆ ਫਿਰਦਾ। ਮਨਮੁਖ ਨਾਮ ਵਿਸਾਰਿਆ, ਔਰ ਇਹ ਮਨਮੁਖ ਜਿਹੜਾ ਹੈ ਉਸਨੇ ਪ੍ਰਭੂ ਦਾ ਨਾਮ ਤੇ ਚੇਤੇ ਕੀਤਾ ਹੀ ਨਹੀਂ ਹੈ, ਤੇ ਉਹ ਇਸ ਤਰ੍ਹਾਂ ਲਗਾ ਫਿਰਦਾ ਹੈ ਜਿਵੇਂ ਡਵ ਦੱਦਾ ਕਾਣ। ਕਿ ਜਿਵੇਂ ਕਾਨਾ ਜਿਹੜਾ ਹੈ ਉਹ ਸੜ ਜਾਂਦਾ ਹੈ ਤੇ ਉਹਦੇ ਅੰਦਰ ਚਮਕ ਆ ਜਾਂਦੀ ਹੈ, ਉਹ ਸੜਿਆ ਹੋਇਆ ਕਾਨੇ ਵਾਂਗਣੀ ਉਹ ਮਨਮੁਖ ਜਿਹੜਾ ਹੈ ਉਹ ਭਜਦਾ ਫਿਰਦਾ ਹੈ। ਸ੍ਰੀ ਰਾਗ ਅਸ਼ਟਪਦੀਆਂ ਵਿੱਚ ਪੰਨਾ 63 ਦੇ ਉੱਪਰ ਸਤਿਗੁਰੂ ਜੀ ਨੇ ਇਹ ਜਿਹੜੇ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਹਨ।
ਸੋ ਅੱਜ ਇੱਥੇ ਹੀ ਵਿਚਾਰ ਆਪ ਜੀ ਦੇ ਨਾਲ ਮੈਂ ਜੋ ਕੀਤੀ ਹੈ ਉਸ ਨੂੰ ਵਿਸਰਾਮ ਦੇਣਾ ਹਾਂ। ਅੱਗੋਂ ਮਾਇਆ ਦੇ ਹਥਿਆਰ, ਪੰਜ ਵਿਕਾਰ, ਇਹਨਾਂ ਦੀ ਚਰਚਾ ਅੱਗੋਂ ਸਮਾਂ ਪ੍ਰਾਪਤ ਹੋਣ ਤੇ ਕੀਤੀ ਜਾਏਗੀ। ਸੋ ਅੱਜ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਸੋ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਸਮਝ ਕੇ ਇਹਨਾਂ ਨੂੰ ਆਪਣੇ ਜੀਵਨ ਵਿੱਚ ਵਸਾਈਏ ਅਸੀਂ ਸਾਰੇ, ਤੇ ਤਾਂ ਹੀ ਸਾਡੀ ਇਹ ਲੋਕ ਸੁਖੀਏ ਪਰਲੋਕ ਹੋ ਸਕਦੇ, ਸਵੇਲੇ ਹੋ ਸਕਦੇ ਹਨ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।